सतनाम श्री वाहिगुरु साहिब जीओ। दंडोत बंदन अनित बार, सर्व कला समरथ। दोलन ते राखो प्रभु, नानक दे कर हथ। जो आया सो चल सी, सब कोई आई वारी है। जिसके जी प्राण है, क्यों साहिब मनो विसारिया। Oh
मन मेरे को आज मन
ਸਾਹਿਬ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਬਾਬਾ ਤਾਰਾ ਸਿੰਘ ਜੀ ਦੀ ਪਿਆਰੀ ਯਾਦ ਵਿੱਚ ਅੰਤਮ ਅਰਦਾਸ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਜਿੰਨਾ ਕੁ ਸਮਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਨ ਦਾ ਮਿਲਿਆ ਹੈ, ਇਕਾਗਰ ਹੋ ਕੇ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਆਪਸ ਵਿੱਚ ਪਾਈਏ ਫਤਿਹ ਦੀ ਸਾਂਝ, ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਆਪਾਂ ਨੇ ਗਾਇਨ ਕੀਤਾ ਹੈ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਆਓ ਪੂਰੇ ਸ਼ਬਦ ਦੀ ਵਿਚਾਰ। ਸ਼ਬਦ ਸ਼ੁਰੂ ਹੁੰਦਾ ਹੈ ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਇਹ ਸ਼ਬਦ ਦਾ ਪਹਿਲਾ ਬੰਦ ਹੈ ਗੌੜੀ ਮਹਿਲਾ ਪੰਜਵਾਂ। ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਇਹ ਇੱਕ ਅੰਕ ਆ ਗਿਆ ਤੇ ਭਾਵੇਂ ਪਹਿਲਾ ਬੰਦ ਹੈ ਸ਼ਬਦ ਦਾ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਇਹ ਰਹਾਉ ਦਾ ਪਦ ਆ ਗਿਆ। ਸ਼ਬਦ ਦਾ ਦੂਜਾ ਬੰਦ ਆਪਾਂ ਪੜ੍ਹਿਆ ਸੀ ਰੈਣ ਦਿਨ ਸੁਣ ਗਾਓ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ। ਸ਼ਬਦ ਦਾ ਤੀਸਰਾ ਬੰਦ ਹੈ ਛੋੜ ਉਪਾਪ ਏਕ ਟੇਕ ਰਾਖ, ਮਹਾ ਪਦਾਰਥ ਅੰਮ੍ਰਿਤ ਰਸ ਜਾ। ਸ਼ਬਦ ਦਾ ਚੌਥਾ ਤੇ ਆਖਰੀ ਬੰਦ ਹੈ ਬਿਖਮ ਸਾਗਰ ਤੇਈ ਜਨ ਤਰੇ, ਨਾਨਕ ਜਾਪੋ ਨਦਰ ਕਰੇ। ਹੁਣ ਆਪਾਂ ਰਹਾਉ ਦੀ ਪੰਕਤੀ ਤੇ ਪਹਿਲਾਂ ਥੋੜ੍ਹੀ ਜਿਹੀ ਵਿਆਖਿਆ ਕਰਾਂਗੇ, ਫਿਰ ਪਹਿਲੀ ਪੰਕਤੀ ਤੋਂ ਵਿਚਾਰ। ਇਹਨਾਂ ਤਾਂ ਮੇਰਾ ਖਿਆਲ ਬਹੁਤ ਸਤਸੰਗੀਆਂ ਨੂੰ ਪਤਾ ਹੋਵੇਗਾ ਕਿ ਕਿਸੇ ਵੀ ਸ਼ਬਦ ਦਾ ਜਿਹੜਾ ਰਹਾਉ ਦਾ ਪਦ ਹੈ, ਇਹ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਕੇਂਦਰੀ ਭਾਵ ਕਹਿ ਲਓ, ਨਿਚੋੜ ਕਹਿ ਲਓ, ਸਾਰ ਅੰਸ਼ ਕਹਿ ਲਓ। ਬਾਕੀ ਦੀਆਂ ਸਾਰੀਆਂ ਪੰਕਤੀਆਂ
ਉਹ ਰਹਾਉ ਵਾਲੇ ਪਦ ਦੀ ਵਿਆਖਿਆ ਹੁੰਦੀ ਹੈ। ਰਹਾਉ ਦਾ ਜਿਹੜਾ ਪਦ ਹੈ ਇਹ ਕੇਂਦਰੀ ਭਾਵ ਹੁੰਦਾ ਸ਼ਬਦ ਦਾ, ਭਾਵ ਕਿ ਰਹਾਉ ਦੇ ਦੁਆਲੇ ਘੁੰਮਦੀਆਂ ਸਾਰੀਆਂ ਪੰਕਤੀਆਂ। ਹਾਂਜੀ, ਹੁਣ ਰਹਾਉ ਦੀ ਪੰਕਤੀ ਹੈ ਜੋ ਆਪਾਂ ਸਥਾਈ ਬਣਾ ਕੇ ਗਾਇਨ ਕੀਤੀ ਹੈ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕਹਿ ਆਵੈ ਕਾਮ ਰਹਾਉ। ਇਹ ਰਹਾਉ ਦੇ ਪਦ ਤੇ ਆਪਾਂ ਥੋੜ੍ਹਾ ਕੁ ਟਿਕ ਕੇ ਵਿਚਾਰ ਕਰਾਂਗੇ, ਭਾਵੇਂ ਥੋੜ੍ਹਾ ਕੁ ਸਮਾਂ ਲੱਗ ਜਾਣਾ ਹੈ। ਫਿਰ ਆਪਾਂ ਪਹਿਲੀ ਪੰਕਤੀ ਪੜ੍ਹਾਂਗੇ, ਹਰ ਸਿਮਤ ਤੇਰੀ ਜਾਏ ਬੁਲਾਏ। ਸ਼ਬਦ ਨੂੰ ਧਿਆਨ ਵਿੱਚ ਰੱਖਿਓ। ਹਾਂਜੀ, ਗੁਰੂ ਜੀ ਪ੍ਰਮਾਣ ਕਰਦੇ ਹਨ, ਮੇਰੇ ਮਨ ਪਰਮਾਤਮਾ ਨੂੰ ਯਾਦ ਕਰ। ਭਜ ਮਨ ਮੇਰੇ ਇੱਕੋ ਨਾਮ, ਬਸ ਇੱਕੋ ਇੱਕ ਪਰਮਾਤਮਾ ਨੂੰ ਯਾਦ ਕਰ, ਇੱਕੋ ਨਾਮ। ਜੀ ਤੇਰੇ ਕਹਿ ਆਵੈ ਕਾਮ ਰਹਾਉ। ਪਰਮਾਤਮਾ ਦੇ ਨਾਮ ਨੇ, ਦੁਨੀਆ ਵਿੱਚ ਕੀਤੇ ਹੋਏ ਭਲੇ ਕੰਮਾਂ ਨੇ ਹੀ ਤੇਰੀ ਜਿੰਦ ਦੇ ਕੰਮ ਆਉਣਾ। ਜੀ ਤੇਰੇ ਕਹਿ ਆਵੈ ਕਾਮ ਰਹਾਉ। ਹੁਣ ਇਹ ਅਰਥ ਹੋ ਗਿਆ। ਥੋੜ੍ਹੀ ਕੁ ਆਪਾਂ ਵਿਆਖਿਆ ਕਰਾਂਗੇ ਵੀ ਜਿੰਦ ਦੇ ਹੋਰ ਕੁਝ ਵੀ ਕਰਮ ਕਾਂਡ ਕੋਈ ਕੰਮ ਨਹੀਂ ਆਉਂਦਾ। ਇਹ ਜਿੰਨੇ ਆਪਾਂ ਭੈਣ ਭਰਾ ਇਕੱਠੇ ਹੋਏ ਆ, ਗੱਲ ਸਮਝ ਲਿਓ ਵੀ ਜੀਵ ਆਤਮਾ ਦੇ ਕੋਈ ਵੀ ਕਰਮ ਕਾਂਡ ਕੰਮ ਨਹੀਂ ਆਉਂਦਾ। ਇਹ ਜੀਵ ਆਤਮਾ ਨੂੰ ਕੋਈ ਲਾਭ ਨਹੀਂ ਹੁੰਦਾ ਵੀ ਤੁਸੀਂ ਅਸਥੀਆਂ ਕਿੱਥੇ ਪਾਈਆਂ। ਬਹੁਤ ਲੋਕ ਸੋਚਦੇ ਨੇ ਵੀ ਸ਼ਾਇਦ ਹੱਡੀਆਂ ਕਿਸੇ ਖਾਸ ਥਾਂ ਦੇ ਉੱਤੇ ਪਾ ਦਈਏ, ਸ਼ਾਇਦ ਕੀ ਹੈ ਜਿੰਦ ਨੂੰ ਕੋਈ ਸਹਾਰਾ ਹੋ ਜੇ। ਅਸਥੀਆਂ ਕਹਿ ਲਓ, ਹੱਡੀਆਂ ਕਹਿ ਲਓ, ਅਰਥ ਇੱਕੋ ਹੀ ਹੈ। ਜਿਵੇਂ ਆਪਾਂ ਪਾਣੀ ਕਹਿ ਲਓ, ਜਲ ਕਹਿ ਲਓ, ਨੀਰ ਕਹਿ ਲਓ, ਕਿਤੇ ਨਾ ਕਹੋ ਵੀ ਹੱਡੀਆਂ ਕਦੇ ਕਹਿਤਾ, ਅਸਥੀਆਂ ਹੱਡੀਆਂ ਨੂੰ ਕਹਿੰਦੇ ਆ ਨਾ। ਅਸਥੀਆਂ ਕਿਸੇ ਖਾਸ ਥਾਂ ਤੇ ਪਾਉਣ ਦੇ ਨਾਲ ਜਿੰਦ ਨੂੰ ਕੋਈ ਸਹਾਰਾ ਨਹੀਂ ਮਿਲ ਜਾਂਦਾ, ਜੀਵ ਆਤਮਾ ਨੂੰ ਕੋਈ ਲਾਭ ਨਹੀਂ ਹੋ ਜਾਂਦਾ। ਇਹ ਗੱਲ ਸਮਝ ਆ ਜਾਵੇ ਤਾਂ ਅਸੀਂ ਕਰਮ ਕਾਂਡ ਤੋਂ ਬਚ ਸਕਦੇ ਹਾਂ। ਸਾਡੇ ਭੁੱਲਰ ਭੈਣ ਭਰਾ ਕਈ ਗੁੱਤੀਆਂ 'ਚ ਪਾ ਕੇ ਜਾਣੀ ਕਿ ਤੁਰ ਪੈਂਦੇ ਨੇ। ਕੋਈ ਹਰੀ ਕੇ ਪੱਤਨ ਨੂੰ ਤੁਰ ਪੈਂਦਾ, ਕੋਈ ਗੋਇੰਦਵਾਲ ਨੂੰ ਤੁਰ ਪੈਂਦਾ, ਇਲਾਕੇ ਮੁਤਾਬਕ ਕੋਈ ਕੀਰਤਪੁਰ ਸਾਹਿਬ ਨੂੰ ਤੁਰ ਪੈਂਦਾ ਹੈ। ਇਹ ਮਨਮੱਤ ਆਪਾਂ ਛੱਡ ਦਈਏ, ਕਿਉਂਕਿ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਆਪਾਂ ਅੱਜ ਭਟਕਦੇ ਫਿਰਦੇ ਹਾਂ। ਅਸੀਂ ਰੂਟ ਬਦਲ ਲਏ। ਕੋਈ ਤਾਂ ਕਾਲੀ ਪੀਲੀ ਗੁੱਤੀ 'ਚ ਹੱਡੀਆਂ ਪਾ ਕੇ ਹਰਿਦੁਆਰ ਨੂੰ ਤੁਰ ਜਾਂਦਾ ਹੈ, ਤੇ ਕੋਈ ਕੀਰਤਪੁਰ ਨੂੰ ਤੁਰ ਜਾਂਦਾ। ਫਰਕ ਕੀ ਪੈ ਗਿਆ? ਰੂਟ ਹੀ ਬਦਲਿਆ ਨਾ। ਭਾਵ ਕਿ ਅਸੀਂ ਗਿਆਨ ਤਾਂ ਨਹੀਂ ਨਾ ਸਮਝਿਆ। ਜੀਵ ਆਤਮਾ ਦਾ ਇਹ ਸਰੀਰ ਨਾਲ ਕੋਈ ਸੰਬੰਧ ਨਹੀਂ ਰਿਹਾ। ਜਦੋਂ ਜੀਵ ਆਤਮਾ ਨੇ ਸਰੀਰ ਨੂੰ ਛੱਡ ਦਿੱਤਾ, ਇਹ ਸਰੀਰ ਦਾ ਜੋ ਮਰਜ਼ੀ ਹੋਵੇ, ਜੀਵ ਆਤਮਾ ਨੂੰ ਕੋਈ ਮਤਲਬ ਨਹੀਂ। ਬਾਣੀ ਪੜ੍ਹ ਲਓ, ਜੇ ਮ੍ਰਿਤਕ ਕੋ ਚੰਦਨ ਚੜਾਵੈ, ਉਸ ਤੇ ਕਹੋ ਕਵਣ ਹਲ ਪਾਵੈ। ਜੇ ਮ੍ਰਿਤਕ ਕੋ ਬਿਸਤਾ ਮਾਹਿਰ ਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਕਹਿੰਦੇ ਜੇ ਮ੍ਰਿਤਕ ਸਰੀਰ ਨੂੰ ਚੰਦਨ ਦੀ ਚਿਖਾ ਤੇ ਚੜਾ ਦਿੱਤਾ, ਜੇ ਮ੍ਰਿਤਕ ਕੋ ਚੰਦਨ ਚੜਾਵੈ, ਉਸ ਤੇ ਕਹੋ ਕਵਣ ਹਲ ਪਾਵੈ। ਭਾਈ, ਚੰਦਨ ਦੀ ਚਿਖਾ ਤੋਂ ਕੋਈ ਲਾਭ ਨਹੀਂ ਹੋ ਜਾਣਾ ਜੀਵ ਆਤਮਾ ਨੂੰ ਵੀ ਚੰਦਨ ਦੀਆਂ ਲੱਕੜਾਂ ਦੇ ਵਿੱਚ ਸੰਸਕਾਰ ਹੋ ਗਿਆ, ਕੋਈ ਜਿੰਦ ਨੂੰ ਲਾਭ ਹੋ ਜਾਊਗਾ। ਜਿੰਦ ਨੂੰ ਇਹਦਾ ਕੀ ਲਾਭ ਹੈ? ਜੇ ਕਹਿੰਦੇ ਕਿਸੇ ਕਾਰਨ ਮ੍ਰਿਤਕ ਸਰੀਰ ਗੰਦਗੀ 'ਚ ਰਲ ਜੇ, ਜੀਵ ਆਤਮਾ ਨੂੰ ਫਿਰ ਵੀ ਕੋਈ ਘਾਟਾ ਨਹੀਂ ਪੈਂਦਾ। ਬੋਲੋ ਸਤਿਨਾਮ। ਦੇਖੋ ਬਾਣੀ ਦਾ ਫੈਸਲਾ, ਜੇ ਮ੍ਰਿਤਕ ਕੋ ਬਿਸਤਾ ਮਾਹਿਰ ਲਾਈ, ਵੀ ਮੰਨ ਲਓ ਐਸਾ ਕਾਰਨ ਬਣ ਗਿਆ ਆਪਣੀ ਮੌਤ ਦਾ ਵੀ ਸਰੀਰ ਗੰਦਗੀ 'ਚ ਹੀ ਰਲ ਗਿਆ, ਜੀਵ ਆਤਮਾ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਨਹੀਂ ਵੀ ਕਿ ਉਹਦੇ ਨਾਲ ਕੋਈ ਜਿੰਦ ਨੂੰ ਜਾਣੀ ਕਿ ਕੁਛ ਹੋ ਜੂ ਵੀ ਸਰੀਰ ਗੰਦਗੀ 'ਚ ਰਲ ਗਿਆ। ਇਹ ਗੁਰਬਾਣੀ ਦੇ ਫੈਸਲੇ ਹੈ ਜੀ। ਫਿਰ ਨਾ ਭੁੱਲ ਜਾਓ ਕਿ ਇੱਕ ਪ੍ਰਮਾਣ ਤੁਹਾਨੂੰ ਗੁਰਬਾਣੀ ਵਿੱਚੋਂ ਦੇਣਾ। ਜਿੰਦ ਦਾ ਕੋਈ ਸੰਬੰਧ ਨਹੀਂ, ਚਾਹੇ ਉਹ ਚੰਦਨ ਦੀ ਚਿਖਾ 'ਚ ਚਾੜ ਦਿਓ, ਚਾਹੇ ਸਰੀਰ ਗੰਦਗੀ 'ਚ ਰਲ ਗਿਆ, ਜੀਵ ਆਤਮਾ ਦਾ ਕੋਈ ਮਤਲਬ ਨਹੀਂ। ਜਿੰਦ ਨੂੰ ਕੋਈ ਲਾਭ ਨਹੀਂ। ਇਸ ਕਰਕੇ ਇਹ ਸਰੀਰ ਨੂੰ ਸੰਸਕਾਰ ਕੀਤਾ, ਕਿ ਦੱਬ ਦਿੱਤਾ ਮਿੱਟੀ 'ਚ, ਕਿ ਪਾਣੀ 'ਚ ਰੋੜ ਦਿੱਤਾ, ਕਿ ਕੁੱਤੇ ਖਾ ਗਏ, ਕਿ ਖੂਹ 'ਚ ਸਿੱਟਤਾ, ਇਸ ਗੱਲ ਨਾਲ ਵੀ ਜੀਵ ਆਤਮਾ ਦਾ ਕੋਈ ਸੰਬੰਧ ਨਹੀਂ। ਇਹ ਅਲੱਗ ਗੱਲ ਹੈ ਵੀ ਆਪਾਂ ਇੱਕ ਸਾਫਤਾ ਰੱਖਣ ਵਾਸਤੇ ਆਪਾਂ ਇੱਕ ਨਿਯਮ ਬਣਾ ਲਿਆ ਵੀ ਆਪਾਂ ਸੰਸਕਾਰ ਕਰਦੇ ਨੇ। ਕਾਹਦੇ ਵਾਸਤੇ ਬਣਾਇਆ? ਇੱਕ ਸਾਫਤਾ ਰਹੇ, ਆਪਾਂ ਧਰਤੀ ਜੀ ਨਾਲ ਪਹਿਲੇ ਇੱਕ ਨਿਯਮ ਆਪਾਂ ਬਣਾ ਲਿਆ। ਪਰ ਜੀਵ ਆਤਮਾ ਦੇ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਵੀ ਸਰੀਰ ਨੂੰ ਤੁਸੀਂ ਸੰਸਕਾਰ ਕੀਤਾ ਲੱਕੜਾਂ ਵਿੱਚ ਕਿ ਮਿੱਟੀ 'ਚ ਦੱਬਿਆ ਕਿ ਕੀ ਹੋਣਾ, ਕੋਈ ਮਤਲਬ ਨਹੀਂ। ਪ੍ਰਮਾਣ ਲਓ ਹੁਣ ਭਾਜੋ ਕਿਹਾ ਨਾਲ ਦੀ ਨਾਲ ਪ੍ਰਮਾਣ। ਇੱਕ ਦੱਜੇ ਹੈ, ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਆਂ ਹੈ, ਇੱਕ ਵੀ ਫਿਰ ਹਸਨ ਪਾਹੇ। ਨਾਨਕ ਇਹ ਬਣਾ ਜਾਪੀ ਕਿੱਥੇ ਜਾਏ ਸਮਾਹੇ। ਗੁਰੂ ਜੀ ਕਹਿੰਦੇ ਕਈ ਭਾਈ ਸੰਸਕਾਰ ਕਰ ਦਿੰਦੇ। ਇੱਕ ਦੱਜ ਹੈ, ਇੱਕ ਦਾ ਅਰਥ ਤੇ ਕਈ ਹੈ, ਕੱਕੇ ਨੂੰ ਹੁਸ਼ਿਆਰੀ ਹੈ। ਇਹ ਵੀ ਦੱਸਣਾ ਪੈਂਦਾ ਨਾ, ਜਦੋਂ ਇੱਕ ਦੇ ਕੱਕੇ ਨੂੰ ਹੁਸ਼ਿਆਰੀ ਲੱਗ ਜੇ ਬਹੁ ਵਚਨ ਬਣ ਜਾਂਦਾ। ਇੱਕ ਦੱਜ ਹੈ, ਇੱਕ ਸੰਸਕਾਰ ਦਾ ਦਾਜ ਸੰਸਕਾਰ ਕਰ ਦਿੰਦੇ। ਇੱਕ ਦੱਬੀਆਂ, ਕਈ ਭਾਈ ਦੱਬ ਦਿੰਦੇ ਆ ਸਰੀਰ ਨੂੰ, ਜਿਵੇਂ ਮੁਸਲਮਾਨ ਅਸਾਈ ਆਦਤ। ਇੱਕ ਦੱਜੇ, ਇੱਕ ਦੱਬੀਆਂ,
ਇੱਕ ਸੰਸਕਾਰ ਕਰਦੇ, ਇੱਕ ਦੱਬ ਦਿੰਦੇ ਨੇ। ਤਾਂ ਤੇ ਇੱਕ ਨਾ ਕੁੱਤੇ ਖਾਹੇ, ਕਈ ਵਾਰ ਇਹੋ ਜਿਹਾ ਕਾਰਨ ਵੀ ਬਣ ਜਾਂਦਾ, ਸਰੀਰ ਨੂੰ ਕੁੱਤੇ ਵੀ ਖਾ ਜਾਂਦੇ ਆ, ਜੀਵਾਤਮਾ ਨੂੰ ਤਾਂ ਫਰਕ ਨਹੀਂ ਪੈਂਦਾ। ਇੱਕ ਪਾਣੀ ਵਿੱਚੋਂ ਸੁੱਟੀਆਂ, ਕਈ ਸਰੀਰ ਨੂੰ ਪਾਣੀ ਵਿੱਚੋਂ ਸੁੱਟ ਦਿੰਦੇ ਆ, ਜਲ ਪ੍ਰਵਾਹ ਕਰਤਾ। ਇੱਕ ਵੀ ਫਿਰ ਹੱਸਣ ਪਾਹੇ, ਇੱਕ ਸੱਖਣੇ ਖੂਹ 'ਚ ਸਿੱਟ ਦਿੰਦੇ ਆ, ਪਾਰਸੀ ਮੁਸਲਮਾਨ ਇਹ ਸੱਖਣਾ ਖੂਹ ਦੇ ਵਿੱਚ ਸਿੱਟ ਦਿੰਦੇ ਆ ਸਰੀਰ ਨੂੰ। ਇਹ ਤਾਂ ਵੱਖ-ਵੱਖ ਤਰੀਕੇ ਨੇ ਸਰੀਰ ਨੂੰ ਸਮੇਟਣ ਦੇ। ਸਰੀਰ ਨੂੰ ਕਿਵੇਂ ਸਮੇਟਿਆ, ਇਹਦਾ ਵੀ ਜੀਵਾਤਮਾ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਹੁਣ ਬਾਣੀ ਤੋਂ ਸਿੱਧ ਹੋ ਗਿਆ। ਇਸ ਕਰਕੇ ਇੱਕ ਤਾਂ ਤੁਸੀਂ ਇਹ ਮਨਮੱਤ ਛੱਡ ਦਿਓ ਵੀ ਗੋਦੀ 'ਚ ਪਾ ਕੇ ਹੱਡੀਆਂ ਤੁਰ ਪੈਂਦੇ ਹੋ, ਇਹ ਬੰਦ ਕਰ ਦਿਓ। ਜਿਹਦੇ ਨਾਲ ਜਿੰਦ ਨੂੰ ਕੋਈ ਲਾਭ ਨਹੀਂ, ਜਿੰਦ ਦੇ ਤਾਂ ਇੱਕੋ ਹੀ ਕੰਮ ਆਉਣਾ, ਜੀ ਤੇਰੇ ਕਹਿ ਆਵੈ ਕੰਮ ਕੀ, ਭਜਮਨ ਮੇਰੇ ਗੁਰਹਾਉ ਦੀ ਪੰਕਤੀ ਤੇ ਆਪਾਂ ਰੁਕੇ ਹੋਏ ਹਾਂ। ਇਹ ਅਸਥੀਆਂ ਕਿਸੇ ਖਾਸ ਥਾਂ ਤੇ ਪਾ ਕੇ ਜਿੰਦ ਨੂੰ ਲਾਭ ਨਹੀਂ ਹੁੰਦਾ ਕਿਤੇ। ਤੇ ਆਪਣੀ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ, ਬਹੁਤਿਆਂ ਤਾਂ ਰਹਿਤ ਮਰਿਆਦਾ ਦੀ ਨਹੀਂ ਪਤਾ। ਇੱਕੋ ਹੀ ਰਹਿਤ ਮਰਿਆਦਾ ਸਾਡੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੈ। ਹਰ ਘਰ ਵਿੱਚ ਉਸ ਮਰਿਆਦਾ ਦੀ ਕਾਪੀ ਹੋਣੀ ਚਾਹੀਦੀ ਹੈ। ਉਹਦੇ ਵਿੱਚ ਵੀ ਨਾਂ ਲੈ ਕੇ ਲਿਖਿਆ ਹੋਇਆ ਵੀ ਅਸਥੀਆਂ ਕਿਸੇ ਵੀ ਖਾਸ ਥਾਂ ਤੇ ਬ੍ਰੈਕਟ ਵਿੱਚ ਪਾਇਆ ਹੋਇਆ ਹਰਿਦੁਆਰ ਤੇ ਕੀਰਤਪੁਰ, ਪਤਾਲਪੁਰੀ ਆਦਿ ਪਾਉਣੀਆਂ ਮਨਮੱਤ ਹੈ। ਉੱਥੇ ਰਹਿਤ ਮਰਿਆਦਾ 'ਚ ਨਾਂ ਵੀ ਲਿਖਿਆ ਹੋਇਆ ਵੀ ਕੀਰਤਪੁਰ, ਪਤਾਲਪੁਰੀ ਆਦਿ ਅਸਥੀਆਂ ਪਾਉਣੀਆਂ ਮਨਮੱਤ ਹੈ। ਇਸ ਕਰਕੇ ਹੁਣ ਇਹ ਰਿਹਾ, ਤੁਹਾਨੂੰ ਰਹਿਤ ਮਰਿਆਦਾ ਦਾ ਪ੍ਰਮਾਣ ਦਿੱਤਾ, ਗੁਰਬਾਣੀ ਦੇ ਤੁਹਾਨੂੰ ਪ੍ਰਮਾਣ ਦੇ ਦਿੱਤੇ, ਤੇ ਇਤਿਹਾਸਕ ਪ੍ਰਮਾਣ ਤਾਂ ਬੜੇ ਹੈ। ਜਿਵੇਂ ਕਿ ਵੱਡਾ ਘੱਲੂਘਾਰਾ ਹੋਇਆ, ਅਸਥੀਆਂ ਕਿਹਨੇ ਕਿੱਥੇ ਪਾਈਆਂ। ਛੋਟਾ ਘੱਲੂਘਾਰਾ 10,000 ਸਿੰਘ ਕਾਹਨੂੰਵਾਨ ਦੇ ਜੰਗਲ ਵਿੱਚ ਸ਼ਹੀਦ ਹੋ ਗਏ, ਅਸਥੀਆਂ ਕਿਹਨੇ ਕਿੱਥੇ ਪਾਈਆਂ। ਚਮਕੌਰ ਸਾਹਿਬ ਦਾ ਜੰਗ, ਅਸਥੀਆਂ ਕਿਹਨੇ ਕਿੱਥੇ ਪਾਈਆਂ। ਮਾਂ ਜੀ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਰਹੰਦ ਵਿੱਚ, ਅਸਥੀਆਂ ਕਿਹਨੇ ਕਿੱਥੇ ਪਾਈਆਂ। ਝੂਠੇ ਪੁਲਿਸ ਮੁਕਾਬਲੇ 84 ਤੋਂ ਲੈ ਕੇ 93 ਤੱਕ ਅਸਥੀਆਂ ਕਿਹਨੇ ਕਿੱਥੇ ਪਾਈਆਂ। ਇਸ ਕਰਕੇ ਅਸਥੀਆਂ ਦਾ ਕੋਈ ਮਤਲਬ ਨਹੀਂ। ਇਹਦੀ ਗੱਲ ਸਾਰੇ ਭੈਣ ਭਰਾ ਸਮਝ ਗਏ। ਤਾਂ ਜਿਹੜੀ ਗੱਲ ਸੁਣਦੇ ਆ, ਐਵੇਂ ਨਾ ਮਗਰ ਲੱਗਿਆ ਕਰੋ ਬਾਬਿਆਂ ਦੇ ਜਾਂ ਲੀਡਰਾਂ ਦੇ, ਕਿ ਤਾਂ ਕਿਹਾ ਕੋਈ ਬਾਬਾ ਚੱਲ ਜੇ 100 ਗੱਡੀ ਲੈ ਕੇ ਉੱਧਰੋਂ ਤੁਰ ਪੈਂਦੇ ਆ, ਬਾਬਿਆਂ ਨੇ ਪੱਟਦੀ ਦੁਨੀਆ। ਕੋਈ ਲੀਡਰ ਚੱਲ ਪਏ, ਇਹ ਤੁਰ ਪੈਂਦੇ 100-200 ਗੱਡੀ ਲੈ ਕੇ ਨਾਲ। ਕਿਉਂਕਿ ਇਹਨਾਂ ਨੂੰ ਨਾ ਤਾਂ ਬਾਣੀ ਦਾ ਪਤਾ, ਨਾ ਇਹਨਾਂ ਨੇ ਮਰਿਆਦਾ ਮੰਨੀ ਹੈ। ਲੀਡਰਾਂ ਤੇ ਬਾਬਿਆਂ ਮਗਰ ਨਾ ਲੱਗੋ, ਮਗਰ ਲੱਗੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ। ਮੇਰੇ ਮਗਰ ਵੀ ਨਾ ਲੱਗਿਓ, ਅਸੀਂ ਤਾਂ ਤੁਹਾਨੂੰ ਗੁਰੂ ਦੀ ਗੱਲ ਸੁਣਾਈ ਹੈ। ਇਹ ਲੀਡਰਾਂ ਤੇ ਬਾਬਿਆਂ ਨੇ, ਇਹਨਾਂ ਨੇ ਨਹੀਂ ਮੰਨਿਆ ਗੁਰਮਤਿ ਨੂੰ। ਇਹ ਆਮ ਲੋਕ ਭੇਡ ਚਾਲ ਕਰ ਦਿੰਦੇ ਆ। ਐਵੇਂ ਬਾਂਦਰਾਂ ਵਾਲੀਆਂ ਨਕਲਾਂ ਨਾ ਕਰੀਏ, ਗੁਰੂ ਦੀ ਬਾਣੀ ਦੇ ਗਿਆਨ ਨੂੰ ਮੰਨੋ ਤੇ ਰਹਿਤ ਮਰਿਆਦਾ ਨੂੰ ਮੰਨੋ। ਜਿੰਦ ਨੂੰ ਕੋਈ ਲਾਭ ਨਹੀਂ ਵੀ ਅਸਥੀਆਂ ਤੁਸੀਂ ਕਿੱਥੇ ਪਾਈਆਂ। ਅੰਗੀਠਾ ਸਮੇਟਣਾ ਹੁੰਦਾ ਹੈ, ਇਕੱਠਾ ਕਰਕੇ ਨੇੜੇ ਵਗਦੇ ਪਾਣੀ 'ਚ ਪਾ ਦਿਓ। ਜੇ ਕੋਈ ਇੱਦਾਂ ਦੇ ਇਲਾਕੇ ਹੈ ਕਿ ਨੇੜੇ ਤੇੜੇ ਪਾਣੀ ਹੈ ਨਹੀਂ, ਤਾਂ ਇਕੱਠਾ ਕਰਕੇ ਅੰਗੀਠਾ ਦੱਬ ਦਿਓ। ਇਹ ਵੀ ਰਹਿਤ ਮਰਿਆਦਾ 'ਚ ਲਿਖਿਆ ਹੋਇਆ। ਤਾਂ ਥਾਂ ਖਾਲੀ ਕਰਨਾ ਹੁੰਦਾ ਹੈ, ਅੰਗੀਠਾ ਸਮੇਟਣਾ ਹੁੰਦਾ ਹੈ। ਹਾਂ, ਇਹ ਜ਼ਰੂਰ ਆਪਣਾ ਭਾਵ ਹੈ ਵੀ ਮਨੁੱਖੀ ਹੱਡੀਆਂ ਜਿਹੜੀਆਂ ਇਹ ਪੈਰਾਂ ਥੱਲੇ ਨਾਲ ਰੋਲਦੀਆਂ ਫਿਰਨ, ਜਿਸ ਕਰਕੇ ਅੰਗੀਠਾ ਸੰਭਾਲਣਾ ਹੁੰਦਾ ਹੈ, ਸਮੇਟਣਾ ਹੁੰਦਾ ਹੈ, ਇਹਨੂੰ ਸੰਭਾਲਣਾ ਹੈ। ਇਕੱਠਾ ਕਰਕੇ ਦੱਬਤਾ। ਜੇ ਕਿਤੇ ਨੇੜੇ ਪਾਣੀ ਹੈ 10-20 ਕਿਲੋਮੀਟਰ ਤੇ ਅੱਜ ਕੱਲ੍ਹ ਤੈਨੂੰ ਆਪਣੇ ਹੈ, ਮੰਨ ਲਓ ਕੋਈ ਰਾਜਸਥਾਨ ਦਾ ਹਜ਼ਾਰ ਲੱਖ ਹੈ, ਹੋਰ ਕਿਤੇ ਵੀ, ਕਿਉਂਕਿ ਗੁਰਮਤਿ ਤਾਂ ਪੂਰੀ ਦੁਨੀਆ ਵਾਸਤੇ ਹੈ। ਜੇ ਕਿਤੇ ਪਾਣੀ ਹੈਗਾ, ਪਾਣੀ ਪਾ ਦਿਓ, ਇਕੱਠਾ ਕਰਕੇ ਨਹੀਂ ਇਕੱਠਾ ਕਰਕੇ ਦੱਬ ਦਿਓ। ਚਲੋ ਇੱਦਾਂ ਅਸੀਂ ਇਹ ਰਿਹਾ ਜੀ। ਇਹ ਪਹਿਲੇ ਨੁਕਤੇ ਨੂੰ ਸਮਝਣ ਵੀ ਜਿੰਦ ਦਾ ਕੋਈ ਸੰਬੰਧ ਨਹੀਂ। ਜਿੰਦ ਦੇ ਤਾਂ ਪਰਮਾਤਮਾ ਦਾ ਨਾਮ ਹੀ ਕੰਮ ਆਉਣਾ ਹੈ। ਜਿੰਦ ਤੇ ਤਾਂ ਉਹੀ ਕੰਮ ਆਉਣਾ, ਇਹ ਦੁਨੀਆ 'ਚ ਭਲੇ ਕੰਮ ਕੀਤੇ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਵੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁੜਾਈ ਹੈ। ਇਹ ਜਿੰਦ ਨਾਲ ਫਿਰ ਕੁਝ ਲੋਕ ਜਾਨੀ ਕਿ ਬਾਅਦ ਵਿੱਚ ਕੁਝ ਸਰਾਧ ਪਾਉਂਦਾ ਫਿਰਦਾ ਹੈ। ਜੀਵ ਆਤਮਾ ਨੂੰ ਕਿਸੇ ਭੋਜਨ ਦੀ ਲੋੜ ਨਹੀਂ, ਭੋਜਨ ਸਰੀਰ ਦੀ ਲੋੜ ਹੈ। ਉਹ ਮਾਤਾ ਪਿਤਾ, ਦਾਦਾ ਦਾਦੀ, ਬਜ਼ੁਰਗਾਂ ਨੂੰ ਟਾਈਮ ਨਾਲ ਸਤਿਕਾਰ ਨਾਲ ਛਕਾ ਦਿਆ ਕਰੋ, ਚੰਗੀ ਗੱਲ ਹੈ। ਪ੍ਰਸ਼ਾਦਾ ਤਿਆਰ ਹੋ ਗਿਆ, ਪਹਿਲੇ ਹੀ ਬੇਬੇ ਨੂੰ ਛਕਾ, ਬਾਪੂ ਨੂੰ ਛਕਾ, ਦਾਦੀ ਜੀ ਨੂੰ ਛਕਾ, ਵੀ ਦਾਦੇ ਨੂੰ ਛਕਾ। ਇਹ ਤਾਂ ਸਿਆਣੀ ਗੱਲ ਹੈ। ਐਵੇਂ ਮਗਰੋਂ ਨਾ ਪਖੰਡ ਕਰਿਆ ਕਰੋ। ਜੀਵ ਆਤਮਾ ਨੂੰ ਕਿਸੇ ਭੋਜਨ ਦੀ ਲੋੜ ਨਹੀਂ, ਤੇ ਭੋਜਨ ਪਹੁੰਚਦਾ ਵੀ ਕਿਤੇ ਨਹੀਂ। ਇਹ ਜਿੰਦ ਦੇ ਕੰਮ ਆਉਣ ਵਾਲੀ ਚੀਜ਼ ਨਹੀਂ ਸਰਾਧ। ਇਹ ਪੁਜਾਰੀ ਦਾ ਪਖੰਡ ਹੈ। ਜਿਉਂਦਿਆਂ ਨੂੰ ਤਾਂ ਲੁੱਟ ਕੇ ਖਾਧਾ ਹੀ ਖਾਧਾ, ਹਾਏ ਹਾਏ ਮਰਿਆਂ ਦੇ ਨਾਂ 'ਤੇ ਵੀ ਖਾਈ ਜਾਂਦੇ। ਮਰਿਆਂ ਦਾ ਖੱਟਾ ਛੱਡ ਦਿਓ, ਮਰਿਆਂ ਦਾ ਖੱਟਾ ਵੀ ਨਹੀਂ ਛੱਡਦੇ, ਮਰਿਆਂ ਦੇ ਨਾਂ 'ਤੇ ਸਰਾਧਾਂ ਦੇ ਨਾਂ 'ਤੇ ਖਾਈ ਜਾਂਦੇ ਨੇ। ਇਸ ਕਰਕੇ ਬਾਣੀ ਦਾ ਕੀ ਪ੍ਰਮਾਣ ਹੈ, ਨਾਲ ਪ੍ਰਮਾਣ ਲੈ ਲਿਆ ਗੁਰਬਾਣੀ ਦਾ। ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿਉ ਪਾਵੇ ਕਊਆ ਪੁੱਤਰ ਨਹੀਂ। ਬਾਣੀ 'ਚ ਕੀ ਲਿਖਿਆ, ਕਬੀਰ ਸਾਹਿਬ ਜੀ ਮਹਾਰਾਜ ਦਾ ਵਚਨ ਹੈ, ਕਹਿੰਦੇ ਜਿਉਂਦਿਆਂ ਮਾਤਾ ਨੂੰ ਕੋਈ ਮੰਨਦਾ ਨਹੀਂ,
ਭਾਵ ਜਿਉਂਦਿਆਂ ਦੀ ਪੂਜਾ ਕੋਈ ਕਰਦਾ ਨਹੀਂ। ਜਿਉਂਦਿਆਂ ਨੂੰ ਤਾਂ ਕਹਿਣਗੇ, ਮੰਨ ਲਓ ਕਈ ਘਰਾਂ 'ਚ ਸਾਰੇ ਨਹੀਂ ਕਹਿੰਦਾ, ਸਿਆਣੇ ਬੈਠੇ ਹੋ, ਮੰਨ ਲਓ ਦੋ ਨੇ, ਦੋ ਪੁੱਤ ਹੈ, ਇੱਕ ਕਹਿੰਦਾ ਉਹ ਬੇਬੇ ਨੂੰ ਤੂੰ ਲੈ ਜਾ, ਬਾਪੂ ਨੂੰ ਮੈਂ ਲੈ ਜਾਣਾ। ਉਹਦਾ ਹੱਥ ਕੀ ਬਣ ਗਿਆ ਵੀ ਦੋਨਾਂ ਦੀਆਂ ਰੋਟੀਆਂ ਤਾਂ ਮਹਿੰਗੀਆਂ। ਬਜ਼ੁਰਗ ਬੁਢਾਪੇ 'ਚ ਵੀ ਇਕੱਠੀ ਰਹਿਣੇ ਚਾਹੁੰਦੇ, ਜੀਵਨ ਸਾਥੀ। ਆਪਾਂ ਵੀ ਉਦੋਂ ਬਜ਼ੁਰਗ ਹੋ ਇਕੱਠੀ ਰਹਿਣੇ ਚਾਹਾਂਗੇ। ਕੋਈ ਚੜ੍ਹਾਈ ਕਰਕੇ ਵੱਖਰੀ ਗੱਲ ਹੈ ਜੀਵਨ ਸਾਥੀ, ਪਰ ਕਈ ਮੈਂ ਦੇਖਿਆ ਜਿਉਂਦਿਆਂ ਦੀਆਂ ਰੋਟੀਆਂ ਮਹਿੰਗੀਆਂ ਲੱਗਣ ਲੱਗ ਜਾਂਦੀਆਂ। ਮਾਤਾ ਪਿਤਾ ਨੂੰ ਵੱਖ-ਵੱਖ ਕਰ ਦਿੰਦੇ ਆ, ਜੋ ਕਿ ਇਕੱਠੀ ਰਹਿਣਾ ਚਾਹੁੰਦੇ ਆ ਬਜ਼ੁਰਗੀ ਦੇ ਵਿੱਚ ਵੀ, ਉਦੋਂ ਤਾਂ ਮਹਿੰਗੇ ਤੇ ਮਗਰੋਂ ਬੜਾ ਪਖੰਡ ਕਰਦੇ ਆ। ਇਸ ਕਰਕੇ ਜਿਉਂਦਿਆਂ ਮਾਪਿਆਂ ਦਾ ਸਤਿਕਾਰ ਜਿੰਨਾ ਹੋ ਜੇ ਉਨੀ ਚੰਗੀ ਗੱਲ ਹੈ। ਸੇਵਾ ਹੋ ਜੇ, ਟਾਈਮ ਨਾਲ ਦਵਾਈ ਬੂਟੀ ਲਿਆ ਕੇ ਦੇਣੀ, ਸਾਰੇ ਟੱਬਰ ਤੋਂ ਪਹਿਲਾਂ ਮੋਟੇ ਕੱਪੜੇ ਲਿਆ ਦੋ। ਠੰਡ ਆ ਗਈ ਤੇ ਉਹ ਵੱਡਾ ਸੀ, ਠੰਡ ਛੇਤੀ ਮੰਨਦਾ ਹੈ। ਗਰਮੀ ਆ ਗਈ, ਪਤਲੇ ਕੱਪੜੇ ਸਾਰੇ ਟੱਬਰ ਤੋਂ ਪਹਿਲਾਂ ਹੀ ਲਿਆ ਦਿਓ, ਕਿਉਂਕਿ ਵੱਡਾ ਸਰੀਰ ਗਰਮੀ ਛੇਤੀ ਮੰਨਦਾ ਹੈ। ਇਹ ਹੈ ਅਸਲੀ ਪੰਜ ਕਾਪੜੀ। ਕੁਝ ਲੋਕ ਮਰਿਆਂ ਦੇ ਕੱਪੜੇ, ਮਰਿਆਂ ਤੋਂ ਕੱਪੜੇ ਕਿਤੇ ਨਹੀਂ ਜਾਂਦੇ। ਜੀਵ ਆਤਮਾ ਨੂੰ ਕਿਸੇ ਕੱਪੜਿਆਂ ਦੀ ਕੋਈ ਲੋੜ ਨਹੀਂ, ਇਸ ਸਰੀਰ ਦੀਆਂ ਲੋੜਾਂ ਹੈ। ਜੀਵ ਆਤਮਾ ਨੂੰ ਕਿਸੇ ਭੋਜਨ ਦੀ ਕੋਈ ਲੋੜ ਨਹੀਂ। ਇਹ ਪੱਕਾ ਕਰ ਲਓ, ਤੁਹਾਡੇ ਪਾਏ ਹੋਏ ਸਰਾਧ ਤੱਕ ਜੀਵ ਆਤਮਾ ਨੂੰ ਕੋਈ ਲਾਭ ਨਹੀਂ। ਇਸ ਕਰਕੇ ਇਹ ਸਰਾਧਾਂ ਆਦਿ ਕਦੇ ਪਖੰਡ ਨਹੀਂ ਕਰਨੇ। ਕਿਤੇ ਕੋਈ ਭੋਜਨ ਨਹੀਂ ਪਹੁੰਚਦਾ ਤਾਂ ਪੱਕਾ ਕਰ ਲਓ। ਫਿਰ ਕਈ ਕਹਿ ਦਿੰਦੇ ਜੀ ਜਿੰਦ ਨੂੰ ਸਹਾਰਾ ਹੋ ਜੂਗਾ। ਕਹਿੰਦੇ ਬਤਰਨੀ ਨਦੀ ਲੰਘਦੀ, ਪੁਜਾਰੀ ਨੇ ਲੁੱਟ ਜਾਲ ਚਲਾਇਆ, ਕਹਿੰਦਾ ਬੱਚੇ ਵਾਲੀ ਗਾਂ ਦਾਨ ਕਰਦੇ ਮੈਨੂੰ, ਲੁੱਟ ਜਾਲ ਧਰਮ ਦੇ ਨਾਮ ਤੇ। ਉਹ ਕਹਿੰਦਾ ਵੀ ਤੈਨੂੰ ਚੰਗੇ ਕੰਮ ਕਰਨ ਦੀ ਕੋਈ ਲੋੜ ਨਹੀਂ, ਕਹਿੰਦਾ ਬਸ ਤੂੰ ਮੈਨੂੰ ਬੱਚੇ ਵਾਲੀ ਗਊ ਦਾਨ। ਇੱਦਾਂ ਦੀ ਬਤਰਨੀ ਕਿਤੇ ਨਹੀਂ ਚੱਲਦੀ। ਤਾਂ ਹਾਂ, ਇਹ ਲੁੱਟ ਜਾਲ ਹੈ ਪੁਜਾਰੀ ਦਾ। ਕਹਿੰਦਾ ਉਹਦਾ ਲੰਘਣ ਦਾ ਤਰੀਕਾ ਕੀ ਦੱਸਿਆ, ਕਹਿੰਦਾ ਤੂੰ ਗਾਂ ਦਾਨ ਕਰਦੇ ਮੈਨੂੰ ਬੱਚੇ ਵਾਲੀ। ਉਹ ਠੱਗੀ ਮਾਰਦੀ ਗੱਲ ਚਲਾਤੀ। ਇਹਦੇ ਇੱਕ ਮੈਂ ਤੁਹਾਨੂੰ ਕਹਾਣੀ ਪਾਵਾਂ ਗੱਲ ਸਮਝਣ ਵਾਸਤੇ। ਕਹਾਣੀ ਸਟੋਰੀ। ਕਹਿੰਦੇ ਕੀ ਹੋਇਆ, ਕਿਸੇ ਥਾਂ ਦੇ ਉੱਤੇ ਨਾ ਕਿਸੇ ਜ਼ਿਮੀਂਦਾਰ ਦੀ ਸੱਜਰ ਸੂਈ ਗਾਂ ਦੇ ਉੱਤੇ ਕਿਸੇ ਪੁਜਾਰੀ ਬਾਹਮਣ ਦੀ ਅੱਖ ਟਿਕ ਗਈ ਵੀ ਗਾਂ ਵਧੀਆ, ਬੜੀ ਵਧੀਆ, ਬੜਾ ਸੋਹਣਾ ਲੇਵਾ ਹੈ, ਬੜਾ ਵਧੀਆ ਬੱਚਾ ਹੈ, ਮਗਰ ਇਹ ਗਾਂ ਇਹ ਤੋਂ ਕਿਵੇਂ ਠੱਗੀ ਮਾਰੀਏ, ਕਿਵੇਂ ਇਹ ਗਾਂ ਡੁੱਬ ਲਈਏ ਇੱਥੋਂ। ਇਹਦੀ ਨਿਗਾਹ ਪੁਜਾਰੀ ਦੀ ਗੱਲ ਕੀਤੀ ਹੈ ਮੈਂ, ਬਰਾਦਰੀ ਵਿਰੋਧ ਨਹੀਂ ਕਿਤੇ ਭੁਲੇਖਾ ਖਾ ਜਾਓ। 11 ਭੱਟ ਸਾਹਿਬਾਨ ਬ੍ਰਾਹਮਣਾਂ ਦੇ ਘਰ ਦੇ ਜਨਮ ਹੈ, ਜੋ ਰੱਬ ਨਾਲ ਜੁੜੇ ਹੋਏ ਸੀ, ਸੱਚੇ ਭਗਤ। ਬਾਣੀ ਦੱਸਦੇ ਭੱਟ ਸਾਹਿਬ ਜਿਵੇਂ ਭਗਤ ਜੈ ਦੇ ਭਗਤ ਤਲੋਚਨ, ਭਗਤ ਬੇਨੀ, ਭਗਤ ਪਰਮਾਨੰਦ। ਇਹ ਰੱਬ ਦੇ ਸੱਚੇ ਭਗਤ ਹੈ। ਜਨਮ ਬ੍ਰਾਹਮਣਾਂ ਦੇ ਘਰ ਦਾ ਹੀ ਹੈ, ਤਾਂ ਰੱਬ ਨਾਲ ਜੁੜੇ ਸੱਚੇ ਭਗਤ ਨੇ ਤੇ ਗੁਰੂ ਸਾਹਿਬ ਦੇ ਨਾਲ ਹੀ ਬੈਠੇ। ਦੱਸਣ ਦਾ ਭਾਵ ਹੁੰਦਾ ਵੀ ਕਿਸੇ ਸਰੋਤੇ ਨੂੰ ਕੋਈ ਕਨਫਿਊਜ਼ਨ ਨਾ ਲੱਗ ਜਾਵੇ, ਕਿਤੇ ਕੋਈ ਸ਼ੰਕਾ ਨਾ ਪੈ ਜਾਵੇ ਨਾ, ਕੋਈ ਮੁਗਾਲਤਾ ਲੱਗ ਜਾਂਦਾ ਹੈ। ਗੱਲ ਹੈ ਧਰਮ ਦੇ ਨਾਂ ਤੇ ਲੁੱਟਣ ਵਾਲੇ ਦੀ। ਹੁਣ ਪੁਜਾਰੀ ਬਾਹਮਣ ਦੀ ਨਿਗਾਹ ਪੈ ਗਈ, ਭਾਈ ਕਿਸੇ ਜ਼ਿਮੀਂਦਾਰ ਦੀ ਸੱਜਰ ਸੂਈ ਗਾਂ ਦੇ ਉੱਤੇ ਟਿਕ ਗਈ ਨਿਗਾਹ। ਇਹ ਗਾਂ ਤਾਂ ਆਪਾਂ ਇਹ ਤੋਂ ਕਿਵੇਂ ਨਾ ਕਿਵੇਂ ਠੱਗੀ ਮਾਰਨੀ ਹੈ। ਹੁਣ ਗੱਲ ਬਣਾਉਣੀ ਆਉਂਦੀ ਹੁੰਦੀ ਹੈ ਪੁਜਾਰੀ ਨੂੰ। ਕੀ ਹੋਇਆ, ਇੱਕ ਦਿਨ ਨਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਆ ਦਰਵਾਜ਼ਾ ਖੜਕਾਇਆ ਜ਼ਿਮੀਂਦਾਰ ਦਾ। ਜਦੋਂ ਉਹਨੇ ਵਾਰ ਖੋਲ੍ਹਿਆ, ਦੇਖਿਆ ਵੀ ਆਪਣੇ ਟੰਗਾਲਾ ਪੰਡਤ ਜੀ ਖੜਾ। ਕਹਿੰਦੇ ਪੰਡਤ ਜੀ ਕਿਵੇਂ ਨੇਰੇ ਆਉਣਾ ਹੋਇਆ। ਤੇ ਉਹਦਾ ਮੂੰਹ ਢਿੱਲਾ ਜਿਹਾ ਮੂੰਹ ਕਰਕੇ ਕਹਿੰਦਾ, ਡਰਾਮਾਬਾਜ਼ੀ ਜੀ ਕਰਕੇ ਕਹਿੰਦਾ, ਜਜਮਾਨ ਕੀ ਦੱਸਾਂ, ਅੱਜ ਤਾਂ ਚਿੱਤੀ ਖਰਾਬ ਹੋਇਆ ਪਿਆ। ਉਹ ਢੰਗ ਆਉਂਦਾ ਹੁੰਦਾ, ਕਹਿੰਦਾ ਚਿੱਤੀ ਖਰਾਬ ਹੋਇਆ ਪਿਆ ਅੱਜ ਤਾਂ। ਜ਼ਿਮੀਂਦਾਰ ਵੀ ਥੋੜ੍ਹਾ ਜਿਹਾ ਸੀਰੀਅਸ ਹੋ ਗਿਆ, ਕਹਿੰਦਾ ਗੰਭੀਰ ਹੋ ਗਿਆ। ਕਹਿੰਦੇ ਪੰਡਤ ਜੀ ਕੀ ਗੱਲ ਹੈ। ਕਹਿੰਦਾ ਗੱਲ ਕੀ ਦੱਸਣ ਤੱਕ ਅੱਜ ਮੈਂ ਸਮਾਧੀ ਲਾਈ ਨਾ, ਜਿਹੜੀ ਲਾਉਣੀ ਸੀ ਗੱਲ ਬਣਾਤੀ। ਕਹਿੰਦਾ ਕੋਈ ਮੇਰੀ ਸੁਰਤ ਤਾਹਾਂ ਗਈ ਨਾ। ਕਹਿੰਦੇ ਤੇਰੇ ਪਿਤਾ ਜੀ ਚੜ੍ਹਾਈ ਕਰ ਗਏ ਸੀਗੇ, ਤੂੰ ਪਤਾ ਤਾਂ ਹੁਣ ਪਿੰਡ 'ਚ ਹੁੰਦਾ ਹੀ ਹੈ। ਕਹਿੰਦਾ ਹਾਂ। ਕਹਿੰਦਾ ਤੇਰਾ ਬਾਪੂ ਨਾ ਬਤਾਰਨੀ ਦੇ ਕੰਢੇ ਤੇ ਖੜਾ, ਪਾਪ ਨਹੀਂ ਹੋਇਆ। ਤੇਰਾ ਬਾਪੂ ਬਤਾਰਨੀ ਦੇ ਕੰਢੇ ਤੇ ਖੜਾ ਮੈਂ ਦੇਖਿਆ ਆਪਾਂ ਜਦੋਂ ਮੇਰੀ ਸੁਰਤ ਤਾਹਾਂ ਗਈ ਕਿ ਤੇਰਾ ਬਾਪੂ ਪਾਪ ਨਹੀਂ ਹੋਇਆ, ਤੇਰਾ ਬਾਪੂ ਪਾਰ ਨਹੀਂ ਹੋਇਆ। ਮੈਨੂੰ ਇਉਂ ਲੱਗਦਾ ਵੀ ਤੇਰੇ ਬਾਪੂ ਨੇ ਨਾ ਬੱਚੇ ਵਾਲੀ ਕੋਈ ਦਾਨ ਨਹੀਂ ਕੀਤੀ ਹੋਣੀ ਆਪਣੇ ਜੀਵਨ ਦੇ ਵਿੱਚ, ਤਾਂ ਹੀ ਉਹ ਬਤਾਰਨੀ ਨਹੀਂ ਲੰਘਿਆ। ਤਾਂ ਹੀ ਤਾਂ ਬਤਾਰਨੀ ਨਹੀਂ ਲੰਘਿਆ। ਤੇ ਜਦੋਂ ਦਾ ਮੈਂ ਤੇਰਾ ਬਾਪੂ ਨਾ ਬਤਾਰਨੀ ਦੇ ਕੰਢੇ ਤੇ ਖੜਾ ਦੇਖਿਆ, ਮੇਰਾ ਤਾਂ ਉਹਦਾ ਚਿੱਤ ਖਰਾਬ ਹੋਇਆ ਪਿਆ। ਮਗਰਮੱਛ ਦੇ ਹੰਝੂ ਹਮਦਰਦ ਬਣ ਗਿਆ। ਕਹਿੰਦਾ ਮੈਂ ਸੋਚਿਆ ਦਿਨ ਤਾਂ ਕਦੋਂ ਚੜ੍ਹਿਆ ਤੇ ਹੁਣੀ ਦੱਸ ਕੇ ਆਵਾਂ। ਮੈਂ ਸੋਚਿਆ ਦਿਨ ਕਦੋਂ ਚੜ੍ਹਿਆ, ਹੁਣੀ ਦੱਸਾਂ ਜਾ ਕੇ। ਕਹਿੰਦਾ ਤਾਂ ਮੈਂ ਤਾਂ ਆਇਆ ਵੀ ਤੇਰਾ ਬਾਪੂ ਪਾਰ ਹੋਇਆ ਨਹੀਂ, ਬਤਾਰਨੀ ਦੇ ਕੰਢੇ ਤੇ ਖੜਾ, ਮੈਂ ਆਪ ਦੇਖਿਆ ਜੀ। ਹੁਣ ਜ਼ਿਮੀਂਦਾਰ ਦੇ ਬਣ ਗਈ ਭਾਅ ਦੀ। ਤੋ ਗਿਆਨ ਨਹੀਂ ਹੁੰਦਾ ਜਿਹਨਾਂ ਲੋਕਾਂ ਨੂੰ। ਉਸੇ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਪੰਡਤ ਜੀ ਹੁਣ ਕੋਈ ਅਪਾਹ ਹੋ ਸਕਦਾ ਹੈ। ਇਹੀ ਕਹਾਉਣਾ ਸੀ ਉਹ ਤੋਂ, ਕੋਈ ਹੁਣ ਅਪਾਹ ਹੋ ਸਕਦਾ ਹੈ। ਉਸੇ ਵੇਲੇ ਕਹਿੰਦਾ ਹਾਂ ਹੁਣ ਵੀ ਅਪਾਹ ਹੋ ਸਕਦਾ। ਕਹਿੰਦੇ ਕਿਹੜਾ।
कहता जे तू ना आ बच्चों वाली गां मैनू अपने बापू के निमित्त दान कर दें, तो अख तो गां दी सी, अपने बापू के निमित्त तू गां दान कर दें, इनू मैं मंत्र मार के ना सूक्ष्म रूप च तहां भेज दूँ। हुण किहड़ा किसी ने पुछना सूक्ष्म रूप किवें जाऊँ तहां, कहना मैं सूक्ष्म रूप च तहां भेज दूँ, फिर ये तेरे बापू कोले वग जूगी तेरी दान की गां, कहते फिर इसकी पूछ फड़ के लंघ जू करनी, ते तू मैनू गां दान कर दे। जदों इन्ना कहा तो जिमीदार एकदम कहन लग्या, तू खुले दिल वाला, कहता वाह पंडित जी, जे एक गां दान करने वाला बापू बसरनी पार हुंदा है, लै भला हुण बापू नालों गां तां भी चंगी, इहो जिहियां तां मैं 20 गावां दान कर दियां बापू वास्ते, एक तां बड़ा है, जां तू लै जा खुल के छेती तेरे बापू नूं पार करा। नाल ही कुछ वंड बड़े इन्हां दा भी दे दित्ता, कहना पुत्त कित्थों लिआएगा, एक बोरी छोलियां दी भी नाल ही चकाती, गुरु सतनाम नाल ही चकाती, कहता लै जा। लो जी वो पुजारी बामण दिन चढ़न तो पहला पहला गां डुक लिया, जिमीदार को ठग लिया, खोल लिया। लो जी जिस वे हम दिन चढ़िया, बच्चे सी न्याणे तो थोड़ा लेट उठते हैं, बच्चे अपने बापू को कहन बापू अपनी गां किधर गई, बापू अपना बच्चा किधर गया। जो इन्ना कहा तो उस वेले वो कहन लग्या, पुत गां तो आप दान करती, बापू दान करते करती, बापू अपने को एक तां गां सी, बापू अपने मसा मसा दुध होया सी, हुण बच्चों के प्रश्नों का जवाब तो कोई नहीं, प्रैशर जहा पाता बस चुप करो आप दान करती। चलो बच्चे चुपता कर गए, पर हम दोने वेले बच्चे भांडे खड़काउंदे है, तो दुध मसा मसा ही होया सीगा, नाले उही गल पुछी जाते हैं, बापू अपनी गां कित्थे है, बापू अपना बच्चा कित्थे है, बापू आप दान करते करती, बापू अपने को एक ही गां सी, बापू दुध भामशा होया सी। इदां बच्चे दोने वेले भांडे खड़काउण, किस वेले मन से बड़ा असर जिहा होया जिमीदार दे भी। थोड़े कि दिनों बाद की होया जी, पंडित के घरे चलिया गया जिमीदार, जो चलिया गया पंडित कहन लग्या आओ आओ किवें आउणा होया, कहता मैं सोचा जी तुसीं कोई पता ही नहीं कीता बापू जी बारे, मैं सोचा चल मैं आप ही पता कर आवां कि की बनिया बापू जी का। कहता बैठो 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 अभी बताता हूँ। तो जिमीदार बह गया तो पंडित बह गया बगल समाधि ला के। बगल समाधि का भाव की होंगे, अखां बंद ध्यान बाहर, जे ध्यान भी अकाल होकर अंतर्मुख हो जाए, अखां बंद होनिया सुभाव का दसना पैंदा। चलो बगल समाधि ला के बह गया, भी कोई भाव कि मैं दस दें तहाँ जाके, तहाँ देख के उन्हें दस दिन तू बह जा। पंडित बह माफ करना, जिमीदार बह गया तो पंडित ने मिचियां अखां ड्रामाबाजी जी शुरू कर दी, बैठा रहा बगल समाधि ला के। तो थोड़े हुण जिमीदार कदे तो पंडित कन्नी देखता, जो अखां मिची बैठा है, कदे गां कन्नी देखता है, वो तो उत्थे ही खड़ी है, भी आ खड़ी है, घरी होनी सी पंडित ने, गां ने कित्थे जाना सी भला। कदे गां कन्नी देखे, कदे पंडित कन्नी देखे। थोड़ी कि देर बाद की कीता उन्हें अखां खोल लिया, ड्रामाबाजी करके एक्टिंग, कहता तेरा बापू पार हो गया। जिमीदार फिर कहता पंडित जी माड़ा जिहा समार के गेड़ा मारे, किते आसे पासे ना खड़े रह जाना। कहना नहीं नहीं तेरे बापू जी पार हो गए, मैं गेड़ा लाया है सारे। जिमीदार तीजी बार फिर कहता पंडित जी माड़ी जी तसल्ली कर लो, चंगी हुंदी है। कहना नहीं तू फिक्र ना कर, मैं सारे गेड़ा दे आया, तेरे बापू जी पार हो चुके, हम किते नहीं गए। जो 3 बारी कहा लिया, उस वेले जिमीदार ने उठिया, कहता फिर बापू पार हो गया मेरा, पक्की गल है? कहता हाँ। कहता फिर आ मां हुण इत्थे काहनूं बन्नी है? उस वेले अपनी गां खोली ते लैके भज्जिया आ। जी पंडित बिटर बिटर झाकी भी तो मेरे नाल भी तेज निकल गया, नाले बापू पार कर नाले गां लैके भज गया। तो सतनाम कहण दा भाव की लुट जा। इस करके जिंद दे काम तां की आउणा है, जो दुनिया च विचरते भले दे काम कीते ते जो परमात्मा नूं याद कीता, भज पिछा लियागा जी तेरे कै आवे काम। भज मन मेरे एको नाम, कि जिंद दे काम नहीं आउंदे सराध पाए, ये जिंद दे काम नहीं आउंदियां हस्तियां कीर्त पुरपाइयां। जीवात्मा नूं लाभ नहीं समझ लिया, अपना तीजा नुकता समझ लिया, जीवात्मा नूं किसी गाने पार नहीं लाउणा। कहते गां दी पूछ फड़ के लंघ जी, तू गां दान कर दे, ये तो लुट जा रहा है पुजारी का। इस करके जीवात्मा के काम नहीं आने। कई अपने च भी कर्म कांड चल पिया, मंजे मिस्त्री लिया के रख देंगे, ग्रंथ नूं कहणगे भाई जी अरदास कर दे। ਜਿਹੜੇ ਜਾਣਕਾਰ ਨਹੀਂ ਕਹਿੰਦਾ ਮੈਂ, ਜਿਹੜੇ ਜਾਣਕਾਰ ਨੇ ਉਹ ਸਮਝਦੇ ਆ, ਜਿਹੜੇ ਅਣਜਾਣ ਹੁੰਦੇ ਨੇ ਨਾ ਉਹ ਫਿਰ ਅਰਦਾਸਾਂ ਕਰੀ ਜਾਂਦੇ ਨੇ, ਗਲਤ ਅਰਦਾਸਾਂ। ਕੀ ਮਹਾਰਾਜ ਜੀ ਬਿਸਤਰਾ ਆਇਆ, ਮਹਾਰਾਜ ਮੰਜਾ, ਮਹਾਰਾਜ ਜੁੱਤੀ, ਮਹਾਰਾਜ ਕੱਪੜੇ, ਮਹਾਰਾਜ ਭਾਂਡੇ। ਜੀਵਾਤਮਾ ਨੂੰ ਫਲ ਮਿਲੇ ਦੱਸੋ, ਉਹ ਦੇਖ ਲਾ ਉਹਨੇ ਰੰਗ ਲਾ ਕੇ ਅਰਦਾਸ ਕਰਤੀ।
कसूर लोगों का भी नहीं, ग्रंथ की तो जानकार होना चाहिए ना। गुरु ग्रंथ साहब के अगे खड़ा गलत अरदास करी जाता। जीव आत्मा को किसी भांडिया की, किसी मंजे बिस्तरे की लोड़ नहीं कि गुरुद्वारे किहड़ा डाकखाना खोलिया भी थोड़े असीं पार्सल करा दईए ताहां नूं कौलियां चमचियां दे रजाइयां दे। रजाइयां ताहां नहीं जांदियां, मंजे बिस्तरे ताहां नहीं जाते। जे अरदास विच किसी ने कहा तो अनजान है, उन्हें गलत अरदास की है। गुरु ग्रंथ साहब की बाणी अगे खड़ के, गुरु ग्रंथ साहब के स्वरूप अगे खड़ के कह लो गुरबाणी के ज्ञान तो उल्ट अरदास करनी गलत है ना। इनू शरधा नहीं कहते, अज्ञानता कहते हैं। बाणी की लिखा है, ना जल लेप तुलाइया ना भोजन प्रकारो वा। बाणी च लिखा है भाई मृतक के निमित्त जिन्ने मर्जी किस्म का भोजन बना लो, तो मृतक के निमित्त ਜਿਹੜੀਆਂ ਇਹ लेप तुलाइया का समझ के ना रजाइयां गदैले चादर बाणी च लिखा कितने नहीं जांदियां। तो गुरु जी तो कहते लेप तुलाइया एक तरह तरह के खाने कितने नहीं जाते। तो असीं गुरु ग्रंथ साहब के अगे खड़ के कही जाने महाराज मंजे बिस्तरे का फल मिले जीवात्मा नूं। उल्ट होगी ना बस, ये मंजे बिस्तरिਆਂ की जीवात्मा को कोई लोड़ नहीं। एक थां ते भाई असीं गल कही जा ना कहूँगा मैं पिंड का, तो मगरों मैनूं गुरुद्वारे का प्रधान मिलिया। पता की कहता कुछ चीज़ नेड़े ही हो गई, कहता भाई साहब गल्लां तां ठीक है सारियां ना ही है, तुसीं गलत कीतियां। कहता जी तुसीं छड्ड दिओ, कहते इन्ने भलाना मंजे बिस्तरे आ जांदे, कहते भांडे आ जांदे, चीज़ां वस्त आ जांदियां। कहता कि मेरा सुभाਅ तुहानूं पता सीधा जिही है। मैं क्या लोगों को ना अनाउंसमेंट करके दस्सिया जा सकता है भाई गुरु के लंगर दे विच भांडिਆਂ की लोड़ संगत ढेर ला लूँ, दस्या जा सकता है भाई गुरु घर संगत आउंदी रहिंदी है, संगत मंजे बिस्तरे की लोड़ है, प्यार ना दे जू। मैं क्या पखंड करके गुरुद्वारे चीज़ां इकट्ठियां करनियां ब्राह्मणवाद है। गुरु सतनाम और ब्राह्मण जिवें की हुंदा भी सच नूं लुको के रखो, सच नूं लुको के रखो। मैं क्या ये लारा नहीं लाउणा किसी नूं। तुहाडे मंजे बिस्तरे तुहाडीआं कौलियां प्लेटां किसी जीवात्मा नूं नहीं मिलदियां, ना ही जीवात्मा को किसी भांडे किसी मंजे बिस्तरे की लोड़ है, किसी जुत्ती कपड़िया की लोड़ नहीं है, शरीर दी लोड़ है। ध्यान रखा करो मापिया का जिउंदियां का। सो आप समझ लिया भी जिंद दे गल्लां काम नहीं आउंदियां, इन्नियां गल्लां आपां चंगी तरह समझ चुके हैं सारे। ते शरीर ने एक दिन जाना ही जाना, अटल सच्चाई है। क्योंकि जो उपजे सो बिनस है, परो आज कै काल, नानक हर गुण गाए दे छोड़ सब जंजाल। जो आया सो चल सी, सब कोई आई बारी है। मौत अटल सच्चाई, दवाई बूटी के नाल कोई दवाई बूटी के जोर नाल जिउंदा नहीं रह सकता। भाई गुरदास जी कितनी सोहनी उदाहरण देंदे आ, कहते जड़ी बूटी जे जीवी है क्यों मरै धनंतर। कहते धनंतर वैद काहनूं मरदा जे कोई जड़ी बूटी दवाई बूटी नाल जिउंदा रहिंदा होवे। ते गुरु अर्जन साहब जी बाणी विच दसदे ने, कहते कोई किन्ने यतन कर लवे, ये तो एक दिन शरीर ने जाना है। बहुत जतन करता बलवंतकारी, सिवंत सूरा चतुर्दश है, बेखम खान वसंत उच्च है, नहा सिमरन मरन कदंच है, भवंत आज्ञा भगवान पुरख है, नानक कीती सास अकरख पे। गुरु साहब की कहते हैं, कहते बड़ा कोई बलवान कहाउंदा अपने आप को, बड़े जतन करता हो, बहुत जतन करता बलवंतकारी, सिवंत सूरा चतुर्दश है। कहते चार छपेरे अपने सूर में रखता हो, बॉडी गार्ड अज की भां च जैट प्लस सुरक्षा कह लो। कहते चार छपेरे अपने सूर में रखता हो। पर बाणी च की लिखा है, बहुत जतन करता बलवंतकारी, सिवंत सूरा चतुर्दश है, विखम थान बसंत उच्च है। कहते किसी कठिन थान के उत्ते रिहाश हो, इतने कोई पहुंच ही ना सकता हो। ना सिमरन मरन कदंच है, वो चित्त चेता ही ना हो। ना सिमरन का अर्थ मरन कदंच है कि मैं भी कदे मरना है। भगवंत आज्ञा भगवान पुरख है, जो भगवान पुरख की आज्ञा आ जाए, हुक्म आ जाए, कीती सांस अकरख ते कीड़ी सां खिच लैंदी है। उस वेले जैट प्लस सुरक्षा नहीं बचा सकती, मामूली जिहा बैर सी मौत का कारण बन जाता है। गुरु का नाम बाणी के फैसले हैं। कीती सांस अकरख ते भाव मौत एक अटल सजाई है। मामूली जिहा बहाना कीड़ी का, मामूली बहाना मामूली वैरस मौत का कारण बन जाता है। चलो इस करके मौत अटल सजाई है, तो जीवन का लाहा लेना है। प्राणी तू आया लाहा लैन लगा, चित फकड़े सा मुक्ति चली। ते गुरु ज्ञान नाल जुड़ के असीं जीवन मुक्त होना है। मुक्ति मरण तो बाद नहीं मिलती, मुक्ति मिलती है शरीर च रहिंदे आ। जिहड़ा सच्चे ज्ञान नाल शरीर च रहिंदे आ मुक्त हो गया, सच्चे ज्ञान नाल जुड़ के वो सदा ही मुक्त है। जिहड़ा शरीर च रहिंदा मुक्त नहीं होया,
वो शरीर छड्ड के मुक्त नहीं हुंदा। गुरबाणी का सच्चा ज्ञान जिउंदियां नूं मुक्त करता है, गुरबाणी मरियां नूं नहीं मुक्त करती। बहुते लोगों ने यही समझा होया भी शायद गुरबाणी मरियां नूं मुक्त करती है। नहीं जी, गुरबाणी जिउंदियां नूं मुक्त करती है। गुरबाणी विच थां थां ते जीवन मुक्ति की गल कीती है। मरण तो बाद वाली मुक्ति उही फिर प्यारी की काट है कि असीं जी गति करा देने, असीं ये कर देने ना। मरण तो बाद कोई गति नहीं किसी की हुंदी। गति असीं सच्चे ज्ञान नाल जुड़ के अपनी आप ही कराउणी, शरीर च रहिंदे हां। सच्चे ज्ञान राही जिन्हां दे हिरदे च परमात्मा की याद वस गई, वो जिउंदे मुक्त हो गए। वो धनवंत, कुलवंत, पतवंत, जीवन मुक्त। बोलो भाई, पंक्ति बाणी तो पढ़ते हो। जीवन मुक्त जिस हृदय पतवंत जिउंदे, प्रभ की आज्ञा आत्म हितावै, जीवन मुक्त सो कहावै। मान मोह दोनों को परहर, गोबिंद के गुण गावै। कहो नानक ये विद को प्राणी, जीवन मुक्त कहावै। इस करके जिउंदे ही असीं मुक्त हुंदे हां सच्चे ज्ञान नाल जुड़ के। गुरु जिउंदियां नूं मुक्ति कर दिंदा है, पुजारी मरण तो बाद लारे लाउंदा सारे। जिहड़ा पुजारी का धर्म है ये उधार धर्म है, उधार लारे लाई जाता है। मरण तो बाद मुक्ति हो जू, मरण तो बाद आए हो जू, आ हो जू। गुरबाणी जीवन जिउण की गल करती है। इस करके असीं सच्चे ज्ञान नाल जुड़ के जिउंदियां ने मुक्त होना। याद रखियो जी, गुरबाणी किसी भी शरीर छड्ड चुके नूं मुक्त नहीं करती। गुरबाणी जिहड़ा मनुख बाणी की गल सुनता है, मनुख स्त्री पुरुष कोई है, बाणी के सच्चे ज्ञान तक जिउंदा है, वो जीवन मुक्त है। बेनी कहे सुनो रे भगत हो, मरण मुक्त किन पाई। भगत बेनी जी महाराज कहते रब दे प्यारे मर के मुक्ति किने पाई है। कोई मर के भी मुक्त होया कदे? किते लिखिआ मुक्त पपड़ी भी ज्ञानी त्यागे। ज्ञानवान पुरुष ने मरण तो बाद वाली मुक्ति छड्ड दित्ती। मुक्त पपड़ी कह दिता विचारी मुक्ति, भाव मरण तो बाद वाली मुक्ति का माहौल फड़ा दिता ज्ञानवान पुरुष ने। इस करके भाई सच्चे ज्ञान नाल जुड़ के असीं जिउंदियां ने मुक्त होना है, इस गल नूं दृढ़ कर लईए। जीवन का लाहा खट लईए। नौवें पातशाह जी आपां नूं सुचेत कर रहे हैं। तलंग महला 9वां, चेतना है तो चेत रह इस दिन में, शब्द नाल नाल पढ़ लो। चेतन है तो चेत रह निस दिन में पानी। चेतन है तो चेत रह निस दिन में पानी। चेतन है तो चेत रह निस दिन में पानी। चेतन है तो चेत रह निस दिन में पानी। तेरा औध विहात है, उसे घट क्यों 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 पानी। चेतन है तो चेत रह निस दिन में पानी। चेतन है तो चेत रह निस दिन में पानी। हर गुण काहे न गावहीं, मूरख लागे अंधा। हर गुण काहे न गावहीं, मूरख लागे अंधा। उसे लालच लागत मह मारन पछाना। उसे लालच लागत मह मारन पछाना। उसे लालच लागत मह मारन पछाना। उसे लालच लागत चेतन है तो चेत रह निस दिन में पानी। चेतन है तो चेत रह
चेतन है तो चेतन दिन में पानी, चेतन है तो चेतन दिन में पानी, चेतन है तो चेतन दिन में पानी, चेतन है तो आज हो काश बिगड़ो नहीं तो पाप गुण गावे, आज हो काश बिगड़ो नहीं तो सब गुण गावे, आओ नानक के भजन से निर्भय पद पावे, आओ नानक के भजन से निर्भय पद पावे, आओ नानक के भजन से निर्भय पद पावे, आओ नानक के भजन से निर्भय पद पावे। चेतन है तो चेतन नित दिन में पानी, चेतन है तो चेतन नित दिन में पानी, दिन दिन औत विधात है उसे घट क्यों पानी, दिन दिन औत विधात है उसे घट क्यों पानी, दिन दिन औत विधात है उसे घट क्यों पानी, दिन दिन औत विधात है उसे घट क्यों पानी, चेतन है तो चेतन नित दिन में 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 पानी। गुरु साहब जी ने इस शब्द राही ਆਪਾਂ ਨੂੰ ਸੁਚੇਤ ਕੀਤਾ, ਅਲਰਟ ਕੀਤਾ। ਤਲੰਗ ਮਹਿਲਾ ਨਾਵਾਂ ਦਾ ਪਾਠ ਹੈ। ਚੇਤਨਾ ਹੈ ਤਾਂ ਚੇਤ ਲੈਣ ਇਸ ਦਿਨ ਮੈਂ ਕਰਾਂ। ਇਹ ਪ੍ਰਾਣੀ ਪਰਮਾਤਮਾ ਦੇ ਨਾਮ ਦਾ ਚੇਤਾ ਸਿਮਰਨ ਸੰਸਕ੍ਰਿਤ ਦਾ ਲਫ਼ਜ਼ ਹੈ, ਚੇਤਾ ਪੰਜਾਬੀ ਹੈ, ਯਾਦ ਹਿੰਦੀ ਹੈ। ਇਹ ਦੱਸਣਾ ਪੈਂਦਾ ਨਾ, ਸਿਮਰਨ ਇਹ ਸਮਰਨ ਤੋਂ ਬਣਿਆ, ਇਹ ਸੰਸਕ੍ਰਿਤ ਦੇ ਵਿੱਚੋਂ ਆਇਆ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਚੇਤਾ। ਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦਾ, ਮਾਲਕ ਨੂੰ ਆਪਣੇ ਚਿੱਤ ਵਿੱਚ ਵਸਾਵਾ। ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਨਿਸ ਦਿਨ ਦਾ ਅਰਥ ਰਾਤ ਦਿਨ। ਭਾਵ ਮਿਹਨਤ ਕਰ, ਜਿਵੇਂ ਬੱਚੇ ਨੂੰ ਮਾਪੇ ਕਹਿ ਦਿੰਦੇ ਆ ਨਾ, ਬੇਟਾ ਰਾਤ ਦਿਨ ਇੱਕ ਕਰ ਦਿਓ, ਪੇਪਰ ਆ ਗਏ, ਸੂਰਜ ਨਾਲੋਂ ਸੰਬੰਧ ਤੋੜ ਲਓ। ਜਿਨ੍ਹਾਂ ਨੇ ਡਿਗਰੀਆਂ ਕਰਨੀਆਂ ਉੱਥੇ ਉਹਦੇ ਲੈਣੇ ਆ, ਰਾਤ ਦਿਨ ਨਾਲ ਕੀ ਸੰਬੰਧ, ਨੀਂਦ ਆ ਗਈ ਥੋੜ੍ਹਾ ਬਹੁਤਾ ਆਰਾਮ ਕਰ ਲਓ, ਨਹੀਂ ਪੇਪਰ ਆ ਗਏ ਪੁੱਤ ਰਾਤ ਦਿਨ ਇੱਕ ਕਰ ਦਿਓ। ਉਦੋਂ ਤਾਂ ਆਪਣਾ ਬਾਣੀ ਦੇ ਆਪਾਂ ਸੌਖੇ ਸਮਝ ਆ ਜਾਂਦੇ ਆ ਨਾ। ਰਾਤ ਦਿਨ ਇੱਕ ਕਰਨ ਦਾ ਅਰਥ ਕੀ ਹੋ ਗਿਆ ਜੀ? ਮੁਹਾਵਰਾ ਹੋ ਗਿਆ ਸਖਤ ਮਿਹਨਤ। ਵੀ ਸਮਾਂ ਕੀ ਵਿਚਾਰਨਾ, ਸਮੇਂ ਦੀ ਵਿਚਾਰ ਕਰ। ਜੇ ਵੇਲਾ ਵਕਤ ਵਿਚਾਰੀਆ ਤਾਂ ਕਿਤ ਵੇਲਾ ਭਗਤ ਹੋਈ। ਵੇਲਾ ਵਕਤ ਕੀ ਵਿਚਾਰਨਾ? ਵੇਲਾ ਵਕਤ ਨਹੀਂ ਵਿਚਾਰਨਾ। ਊਠਤ ਬੈਠਤ ਸੋਵਤ ਧਿਆਈਏ ਮਾਰ ਵਿਚਾਰਤ ਹਰੇ ਹਰ ਗਾਈਏ। हाथ पाँव कर काम सब चीत निरंजन। हम दुकान से बैठे, गाहक कोई नहीं, काउंटर से बैठी मालक ना जुड़ गया। गाहक आ गया, गाहक जो रब देख ला कि परमात्मा जी मैंने रोटी देना आ गए गाहक के रूप में। गुरु सतनाम नुकते है अच्छे प्यार की गलती। दफ्तर ਦੇ ਵਿੱਚ ਜਦੋਂ ਕੋਈ ਕੰਮ ਨਹੀਂ ਜੁੜ ਜਾ, ਜਦੋਂ ਕੋਈ ਕੰਮ ਕਰਾਉਣਾ ਆ ਗਿਆ ਰੱਬ ਦਾ ਕੰਮ ਸਮਝ ਕੇ ਕਰਕੇ ਤੂੰ ਸਰਵਿਸ ਕਰਨਾ। ਸਰਵਿਸ ਬੜਾ ਪਿਆਰਾ ਸ਼ਬਦ ਹੈ ਨਾ, ਸੇਵਾ ਸਰਵਿਸ। ਧਿਆਨ ਦਫ਼ਤਰ 'ਚ ਵੀ ਪਰਮਾਤਮਾ 'ਚ ਰੱਖਿਆ ਕਰ, ਜੇ ਭੰਜ ਨਾ ਰੱਖਿਆ ਕਰ। ਗੁਰੂ ਰੱਬ ਨਾਮ ਇਹ ਜਾਗਰਤ ਕਰਨ ਵਾਸਤੇ ਕਹਿ ਰਹੇ ਗੱਲਾਂ, ਮੇਰਾ ਕਿਸੇ ਨੂੰ ਜਲੀਲ ਕਰਨ ਦਾ ਭਾਵ ਨਹੀਂ। ਜਾਗਰਤ ਤਾਂ ਕਰਨਾ ਹੀ ਹੈ ਨਾ, ਸਰਵਿਸ ਕਰ। ਅੱਠੇ ਪੈਰ ਦੀ ਭਗਤੀ ਕਿਵੇਂ ਹੁੰਦੀ ਹੈ ਉਹਨੂੰ ਧਿਆਨ 'ਚ ਰੱਖ ਸਕਦੇ।
जिन तेरी मन बनत बनाई ऊठत बैठ सब किसे है। इस करके इदा एक रात दिन एक करते जुड़ अपने मालक के नाल। चेतना है तो चेत लै निस दिन मैं प्राणी छिन छिन औद बिहात है बूटे घट ज्यों पानी। ये भाई छिन छिन करके उम्र बीत रही है, छिन छिन औद बिहात है किवें बीत रही है, बूटे घट ज्यों पानी। गुरु बाबा जी ने दृष्टांत देता जिवें फुट्टे घड़े का पानी, फुट्टिया घड़ा समझ में तिड़किया होंदा ना घड़ा, तुपका पानी निकली जाता है, पता नहीं लगता कभी ने घड़ा सिलता है, पता तो नहीं लगता ना। पता कदों लगता है जो चप्पड़ चक्के भी खाली होया पे तुपका तुपका निकल गया। भावत समझ गए तो ये तो उदाहरण है। आ शरीर घड़ा है, शरीर की गल है, इनू त्रेड़ आई पई है, कि भला बुझो बुझो जी श्वास। आ देखो त्रेड़ आई निकली जाती है, लियाओ ध्यान आ देखो निकल गया, हो गई। अज पता लग गया ना गल की कभी। आ शरीर रूपी घड़ा है, श्वासा रूपी त्रेड़ आई पई है, दिन रात एक एक श्वास एक तुपका निकली जाता है, पता उदो ही लगता। तेन तो लगने नहीं जो लोग कहेंगे फलाना तो मर गया, उदो का वो ये कहने तो पहला लोग कहन भी फलाना तो मर गया, तू उदू पहला पहला रब नाल जुड़ गया। शरीर शमशान घाट पहुंचण तो पहला पहला सुरत भगवान घाट पहुंच जाए यात्रा सफल, उदो का जुड़ गया। चिंतन करना समा ना बचाया कर, समा करना रब नूं याद करन दा कोई समा, बाणी पढ़ने का कोई समा। इस करके रात दिन एक करते गुरु जी कहते पेपरों वेले बच्चे मेहनत करते हैं ना, इवें एक बस मैं समझदा कि मनुखा जन्म एक एग्जाम है, इम्तिहान है, बस देखते हैं भी जुड़ते कि ना, पास होने कि नहीं। इस करके गुरु जी कहते चेतना है तो चेत लै निस दिन मैं प्राणी छिन छिन औद बिहात है फूटे घट ज्यों पानी। रहाओ हर गुण काहे ना गावही मूर्ख अज्ञाना। गुरु पिता जी थोड़ा ताड़ना करके कहते, क्योंकि गुरु दियाँ झिड़कां च भी प्यार ही हुंदा है। कहते ऐ मूर्ख ऐ अज्ञानी परमात्मा नूं कदे नहीं याद करता, क्यों नहीं रब दे गुण गाउंदा। हर गुण काहे ना गावही मूर्ख अज्ञाना, झूठे लालच लाग कै मैं मरना पछाणना। तू झूठे लालचन लग के मरनी नहीं पछाणना, तू भुल गया। भुल गया कितने पशु गलती तो नहीं होगी। अकेले तो पशु मर जाता है ना, आप ट्रैक्टर के मगर पा के ले जाते, तो जिस तरह भी दूजे पशु बिटर बिटर देखी जाते हैं, उन्होंने कदे नहीं चेता आता भी आपको भी घीस के ले जाएंगे। ये तो पशु गलती है, अतूता बनना है। किन्या के काम नहीं लग्या, किन्या के मीठे में अग दती, किन्या के सत्थरां से जाके बैठा, किन्या दी अंतिम अरदासां शामिल होया, कदे ख्याल नहीं आया कि तेरा भोग निकल नहीं मैं जिन्हें अज बाबा तारा सिंह का होंगे गुरु का नाम। ये जागृति है, इनू उदासी ना किते कहते अपनी। मैं पढ़े लिखे सज्जन देखे मौत को याद रखन निराशावाद कहते। निराशावाद जिद्दे अपना अंत दस गया उसे सुरत बेअंत में टिक जू। हाँ एडी वड्डी संक्रांति आजू जीवन च संक्रांति। ये तो जिन्होंने नहीं आई उन्होंने नहीं पता इस गल का। मौत जिद्दे अंत दस गया सुरत बेअंत च गई। ख्याल करियो, इस करके गलों समझियो ताकि याद रख के शरीर ने कितने चले जाना है, तो काम ले ला भोग इतने पैने अपने सारे दे। उसे लैन च ही लगे हुए हैं आप सारे, उसे लैन के थां है नहीं, उसकी पता नहीं बारी जी कदों आई जी। बोलो रब नाम लैन च नहीं होंदा जिवें आए समझ ला समा तैनूं धौण तो फड़ के शमशान कुंबर खिंची ले जाता है। बोलो रब नाम समा धौण तो फड़ के शमशान कुंबर खिंच के ले जाता है। लाहे खट ला जीवन का लाहा लै ला। हर गुण काहे ना गावही मूर्ख अज्ञाना, झूठे लालच लाग कै ना मरन पछाना। फिर हौसला लेंदे अज वो कश बिगड़े होने, कहते चल कोई नहीं अजे भी कुछ नहीं बिगड़िया रही लिखे लावा। अज हो कश बिगड़ो नहीं जो प्रभ गुण गावै। कहो नानक तेह भजन ते निर्भय पद। उस मालक नूं याद कर दुनिया च बिगड़दे भले दे काम कर, ते निर्भय पद भी मिलती है। किहड़ी आत्मक पद जिथे जाके गिरना नहीं हुंदा। कहो नानक तेह भजन ते निर्भय पद पावै। ते नहीं तो फिर तेरा जीवन है जिहड़ा ना एक काम के ही लंघ जाता है। अंदर बस जम लगी रहता, जम चिंता फिक्र डर झोड़ा सी छड्डण वेले मन के तल के उत्ते कोई डर वापरदा है, वो जमदूत कहते हैं। जमदूत कोई सकूल नहीं होंगे, कितने कोई सिंग लगे होंगे जमदूतों के, दंद वड्डे होंगे है,
नासां चौड़ियां ना, ये तो एवें फोटोआं ਹੁੰਦੀਆਂ ਬਣਾਈਆਂ ਤਾਂ ਕਿ ਮਨ ਦੇ ਤਲ ਦੇ ਉੱਤੇ ਉਹ ਕਿੰਨਾ ਭੈ ਵਾਪਰਦਾ, ਜਿਉਂਦਿਆਂ ਨੂੰ ਜੰਮ ਲੱਗਿਆ ਰਹਿੰਦਾ ਉੱਤੇ ਹੋਏ ਸੱਚ ਨਾਲੋਂ। ਦਿਨ ਚੜ੍ਹਦਾ, ਮੈਨੂੰ ਬਹੁਤ ਮਿਲਦੇ ਆ ਦੀਵਾਨਾਂ 'ਚ ਵੀ ਭਾਈ ਸਾਹਿਬ ਦਵਾਈ ਲੈ ਕੇ ਜੀ ਕਾਹਦੀ, ਉਹ ਜਦੋਂ ਦਿਨ ਚੜ੍ਹਦਾ ਜੀ ਨਾ ਐਂ ਜੇ ਲੱਗਦਾ ਕਿਤੇ ਕੁਛ ਹੋ ਹੀ ਨਾ ਜਾਵੇ, ਜੀ ਲਿੱਸਾ ਲਿੱਸਾ ਜਿਹਾ ਹੁੰਦਾ, ਹੌਲ ਜੇ ਪੈਂਦੇ ਆ, ਕਿਵੇਂ ਜੇ ਲੱਗਦਾ ਹੈ, ਐਵੇਂ ਦਰਜਾ ਲੱਗੀ ਜਾਂਦਾ ਹੈ, ਗਮ ਚਿੰਤਾ ਇਹ ਜਮ ਹੈ, ਇਹ ਛੱਡਦਾ ਕਿਤੇ ਛੱਡਦਾ ਤਾਂ ਜਿਉਂਦਾ ਨੂੰ ਲੱਗੇ। ਇਸ ਕਰਕੇ ਜੇ ਮਾਲਕ ਨਾਲ ਜੁੜਾਂਗੇ ਤਾਂ ਇਹ ਜੀਵਨ ਸਫਲ ਹੈ, ਨਹੀਂ ਤਾਂ ਬਸ ਇਹ ਕੰਬੀ ਜਾਂਦਾ, ਕੰਬੀ ਜਾਂਦਾ। ਇਸ ਕਰਕੇ ਇਹ ਸ਼ਬਦ ਵੀ ਦੱਸਿਆ ਨਾ ਬਾਣੀ 'ਚ, ਇਹ ਵੀ ਪੜ੍ਹ ਲਓ, ਵਿਆਖਿਆ ਨਹੀਂ, ਜਿਹੜਾ ਮੂਲ ਸ਼ਬਦ ਪੜ੍ਹਿਆ ਆਪਾਂ ਉਹਦੀ ਹਲੇ ਵਿਚਾਰ ਰਹਿੰਦੀ ਹੈ, ਸੰਖੇਪ 'ਚ ਕਰਾਂਗੇ। ਤਾਂ ਇੱਕ ਸ਼ਬਦ ਹੋਰ ਪੜ੍ਹ ਲਓ ਇਸ ਭਾਵ ਨਾਲ। ਰੈਣ ਗਈ ਮਤ ਦੇਵਤੀ ਜਾਏ, ਰੈਣ ਗਈ ਮਤ ਦੇਵਤੀ ਜਾਏ, ਰੈਣ ਗਈ ਮਤ ਦੇਵਤੀ ਜਾਏ।
वाली हालत रहती है। हुण इस शब्द की विचार का समा नहीं मानता, एक घंटा लगता शब्द की विचार से। सो नहीं तो फिर इदा कामलियां दा जीवन लंघ जाता। जिहड़े जुड़ गए मालक नाल बेपरवाह सदा रंग हर के जाको पाख चिंतत ही दिसै सब कोई चित ही एक नहीं सुख होती है। जिथे एक मालक का चिंतन है बाकी तो सब चिंता की अमीर की लीडर की अफसर की सब बड़े बड़े जो दिसे लोग तिनको व्यापा है चिंता रोग कौन बड़ा माया वड्याई सो बड़ा सो मालक नाल जुड़ गई। आओ जो मूल शब्द पढ़िया सी सिर्फ अर्थ करांगे व्याख्या नहीं। रहाउ पद की व्याख्या होगी भी जिंद के काम नहीं आना ना सराध पाई जिंद के काम है ना अस्थियां किसी खांसा से पाइया ना मंजे बिस्तरे जीव आत्मा के कोई काम आते हैं ना पंज कापड़ियां ना कोई भी कर्मकांड हर गल अवर क्रिया व्यर्थ की गल ही खत्म है। परमात्मा तो बिना सब कर्मकांड व्यर्थ है। जब तक संजम कर्म कमाने जोड़ है मूसे ये कुछ कर्म वाले तो इतने ठगे जाते नाल थकी जाना तो वहमा भरमा की घर लुटा लेंगे बई पूरे तरह थां थां से आह जीवन की ठगे गए अगे तक नाल जाना है। चलो इस करके आओ जो आप शब्द पढ़िया शुरू में भज मन मेरे एको नाम जी तेरे कह आवे काम रहाओ। पहली पंक्ति है हर सिमत तेरी जाए बलाए। परमात्मा को चेते में रखिया बस बला चली गई बड़िया अणहुईया बलावां चुंबड़ियां बहुत दुनिया को नज़र लग गई जी कोई भूत प्रेत की छाया हो गई जी कोई ये हो गया जी ये बला है सारी ये कुछ होंदा नहीं। एवें ज्ञान तो बिना साढ़े डरदियां का जीवन लंघ जाता है। डर डर मरते जब जानी है डर चुका देखा भरपूर हर सिमत तेरी जाए बलाए। असी सिरी बला है ये बला करके जो मुसीबत अणहुईयां चिंतावां पईयां रहिंदियां गई। हर सिमरत तेरी जाए बलाए सर्व कल्याण बसै मन आए। सारे सुख मन विच आते हैं सर्व कल्याण बसै मन आए। रहाउ दा पद फिर आ गया ये पहला बंद सी ना भज मन मेरे एको नाम जी तेरे कह आवे ताम रहाओ। फिर कह दिता रैन दिवस गुण गाओ अनंता गुरपूरे का निर्मल मनता। रात दिन उस अनंत का भाव बेअंत प्रभु के गुण गाओ किमें गुरपूरे का निर्मल मंत्र जो पूरे गुरु जी का निर्मल मंत्र है ना भाव गुरबाणी राही गुरबाणी है ना श्रेष्ठ मंत्र है। कितने लिखा सच मंत्र तुम्हारा अमृत बाणी भाव रब्बी बाणी राही परमात्मा के गुण गा। रब के गुण किमें गाने है रब्बी बाणी राही ये सिफत सलाह की बाणी है ना रब के गुण रब्बी बाणी में जानती है। रब्बी बाणी राही ही मालक के गुण गाने है। रैन दिन गुण गाओ अनंता किमें गाने गुरपूरे का निर्मल मनता। छोड़ अपाव एक टेक राख सारे होर जतन छड्ड दे कर्मकांड छड्ड दे सारे कुछ नहीं मिलना एक परमात्मा के टेक रख। छोड़ अपाव एक टेक राख महापदार्थ अमृत रस चाख। बस परमात्मा के नाम अमृत रस नूं मान यही महापदार्थ है यही जीवात्मा के नाल ही रहिंदा। सिमरो सिमर सिमर सुख पावो सास सास संभाले ये लोक परलोक संग सहाई। जत तक मोहे रखवाले गुर का बचन बसै जी नाले। जल नहीं डूबै तस कर नहीं लेवै भावे न साकै जाले रहाओ। निरतन कौ धन अंधले कौ टिक मात दूध जैसे बाले। सागर मह बोहित पायो हर नानक करी कृपा कृपाली। धनासरी महिला पंजवां का पाठ। इधर जो आप शब्द पढ़े गौड़ी राग चो गुरु जी कह रहे हैं बस यही तेरा संगी साथी है। छोड़ अपाव एक टेक राख महापदार्थ अमृत रस चाख। वेखम सागर तेरी जान करे नानक जाको नदन करे। बस ये वेखम सागर की है पदार्थवाद मटीरियलिज्म कोई भाव सागर ताहा नहीं चलता। जिहदी सुरत पदार्थवाद में जुड़ गई वो पदार्थवाद के भाव सागर में डुब गया। पदार्थवाद के भाव सागर से डुबना नहीं करना है। शरीर करके पदार्थ में रहने सुरत करके परमात्मा च। शरीर कोठी च रहे कोठी सुरत में ना बढ़े। शरीर में भोजन की लौड़ है भोजन सुरत में ना बढ़े। शरीर में कपड़िया की लौड़ है कपड़े सुरत में ना बढ़न भाव के सरीरक लौड़ा सुरत में ना जान। जो सरीरक लौड़ा सुरत में चलिया गई भाव सागर च डुब गए। गुरु का नाम सौखा समझ गए डुब गए भाव सागर च जो सुरत पदार्थवाद गई। इस करके लोड़ा तरना है
ਜੇ ਬੇੜੀ ਪਾਣੀ 'ਚ ਹੀ ਤਰਦੀ ਹੈ ਨਾ, ਪਰ ਪਾਣੀ ਬੇੜੀ ਵਿੱਚ ਨਾ ਬੜੇ, ਕਿਨਾਰੇ ਉੱਪਰ ਰਹਿਣ, ਸੁਰਤ ਕਰਕੇ ਉੱਪਰ ਰਹੀਏ, ਸਰੀਰ ਕਰਕੇ ਪਦਾਰਥ 'ਚ ਹੀ ਰਹਿਣਾ ਹੈ, ਪਰਿਵਾਰ 'ਚ ਹੀ ਰਹਿਣਾ ਹੈ, ਲੋਕੀ ਦੀ ਮਾਇਆ ਕਮਾਉਣੀ ਹੈ, ਕੰਮ ਕਾਰ ਕਰਨਾ ਹੈ, ਬੱਚਿਆਂ ਦੀ ਪਾਲਣਾ ਕਰਨੀ ਹੈ, ਰੱਬ ਦਾ ਹੁਕਮ ਸਮਝ ਕੇ। ਫਿਰ ਆਪਣੇ ਡਿਊਟੀ ਲਾ ਕੇ 2-3 ਬੱਚੇ ਤੈਅ ਪਾਲਣੇ ਆ, 7 ਬੱਚੇ। ਹੁਣ ਬਜ਼ੁਰਗ ਬੱਚੇ ਜਵਾਨ ਹੋ ਗਏ, ਬਜ਼ੁਰਗ ਹੋ ਗਏ, ਮਾਤਾ ਪਿਤਾ, ਹੁਣ ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਸਮਝ ਕੇ ਕਰਨੀ ਹੈ। ਬੱਚੇ ਰੱਬ ਦਾ ਹੁਕਮ ਸਮਝ ਕੇ ਪਾਲਣੇ ਹੈ, ਛੱਡਣਾ ਕੁਛ ਨਹੀਂ। ਜਤੀ ਸਦਾ ਵੀ ਜੁਗਤ ਨਾ ਜਾਣੇ, ਛੱਡ ਵਹੇ ਘਰ-ਬਾਰ। ਘਰ-ਬਾਰ ਛੱਡਤਾ ਜਤੀ ਕਹਾਉਂਦਾ, ਜੁਗਤ ਨਹੀਂ ਜਾਣਦਾ ਜਿਉਂ ਦੀ। ਰਹਿਣਾ ਵਿੱਚ ਹੀ ਹੈ, ਪਰ ਸੁਰਤ ਕਰਕੇ ਉੱਪਰ ਉੱਠਣਾ। ਜੈਸੇ ਜਲ ਮੈਂ ਕਮਰੇ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਨਕ ਸਤਿਗੁਰ ਭੇਟਿਆ। ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ, ਪੈਨੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਚੰਦ ਸਿੱਖਣਾ ਗੁਰੂ ਤੋਂ। ਇਸ ਕਰਕੇ ਭਾਈ ਜਿਹਨਾਂ ਤੇ ਰੱਬੀ ਬਾਣੀ ਰਾਹੀਂ ਪੂਰੇ ਗੁਰੂ ਦੀ ਬਖਸ਼ਿਸ਼ ਹੋ ਗਈ, ਮਾਲਕ ਦੀ ਮਿਹਰ ਹੋ ਗਈ, ਉਹੀ ਜਿਹੀ ਬਿਖਮ ਸਾਗਰ ਨੂੰ ਕਰਦੇ ਹੈ। ਬਿਖਮ ਸਾਗਰ ਤੇਰੀ ਜਨ ਤਰੇ, ਨਾਨਕ ਜਾ ਕੋ। ਇਹ ਸ਼ਬਦ ਦੀ ਵਿਚਾਰ ਵੀ ਪੂਰੀ ਹੋ ਗਈ। ਸੋ ਸਮਾਂ ਵੀ ਹੋ ਗਿਆ, ਭਾਵੇਂ 5-7 ਮਿੰਟ ਉੱਤੇ ਹੋ ਗਈ, ਤੋਂ ਵਿੱਚ ਵੀ ਥੋੜਾ ਲਾਈਟ ਦੀ ਖਰਾਬੀ ਹੋ ਗਈ ਸੀ। ਸੋ ਆਓ ਇੱਕ ਜਾਣੀ ਕਿ ਸ਼ਬਦ ਪੜ੍ਹ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਾਂਗੇ। ਤਾਤੀ ਬਾਓ ਨਾਨਕ ਗਈ, ਪਾਰ ਬ੍ਰਹਮ ਕਰਨਾਈ।
इतों तक आप बजुर्गों की मिट्टी याद विच बैठ के अंतिम अरदास गुरमत दीयां विचारां श्रवण कीतियां। सो ये गुरमत समागम होया समझ लो, क्योंकि ऐसे मौकों पर भी असीं गुरबाणी के ज्ञान का लाभ लेना होंगे। सो इं समझ लो कि बाबा जी की अंतिम अरदास एक गुरमत समागम ही बन गया। ये किन्नियां संगतां नूं गुरबाणी के सच का ज्ञान आ गया जी, ध्यान ला के सुने। सो सारा परिवार इस गलों कहीं कि भी जो जुड़े हुए हैं बाणी के सच नाल, भाई बलजीत सिंह जो आप गुरमत का सोहना प्रचार करते हैं, बाकी का सारा परिवार भी गुरमत के रंग में रंगिया हुआ है। सो सतगुर बख्शिश करन। सो जीवन यात्रा पूरी करके सब ने जाना है, पर जो अपना ये जीवन सफल कर रहे हैं सच्चे ज्ञान नाल जुड़ के, तो ये यात्रा सफल है। सफल सफल भाई सफल यात्रा आवण जान रहे मिले साधा। साधु सतगुर नाल जुड़ के वो साधु सतगुर नाल शिकार विच भी दसना पिया। जिहड़े गुरबाणी के सच्चे ज्ञान नाल जुड़ के जाते हैं उन्हों की जीवन यात्रा सफल हो जाती है। सो इतों तक गुरमत विचारों की समाप्ति। 6 पौड़ियां आनंद साहब का पाठ करके फिर आप अंतिम अरदास करांगे। राम कड़ी महला तीजा। आनंद एक ओंकार सतगुर प्रसाद। आनंद पाया मेरी माए सतगुरु मैं पाया। आनंद पाया
Thank you.